ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਸਵੇਰ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਰਾਜਕਰਮੀਤ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟੇਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਅਨ 415 909 0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਹੈ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। SYL ਮੁੱਦਾ, ਦੋਵਾਂ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ, ਦੋਵਾਂ ਦੇ ਸਟੈਂਡ ਉਹੀ। ਹਾਂਜੀ ਬਿਲਕੁਲ, ਜਿਹੜੇ ਸਟੈਂਡ ਮੀਟਿੰਗ ਤੋਂ ਪਹਿਲਾਂ ਸੀਗੇ ਉਹੀ ਮੀਟਿੰਗ ਤੋਂ ਬਾਅਦ, ਤੇ ਫਿਰ ਮੀਟਿੰਗ ਦਾ ਕੀ ਨਿਕਲਿਆ ਨਤੀਜਾ? ਜ਼ੀਰੋ। ਤੋ ਇਹ ਸਿਰਫ ਫਾਰਮੈਲਿਟੀ ਆ, ਕਿਉਂਕਿ ਪਹਿਲਾਂ ਹੀ ਜਦੋਂ ਮੀਟਿੰਗ ਸਟਾਰਟ ਹੋਣੀ ਸੀ ਉਸ ਤੋਂ ਪਹਿਲਾਂ ਹੀ ਇੱਕ ਸ਼ਾਮ ਇਹਨਾਂ ਦੀਆਂ ਸਟੇਟਮੈਂਟਾਂ ਆ ਗਈਆਂ ਸਨ ਦੋਵੇਂ ਰਾਜਾਂ ਦੀਆਂ। ਉਹ ਕਹਿੰਦੇ ਆ ਕਿ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ। ਉਹ ਕਹਿੰਦੇ ਤੁਸੀਂ ਸਾਰਾ ਕੁਛ ਹੀ ਦਿਓਗੇ, ਅਸੀਂ ਵੇਖਿਓ ਕਿਵੇਂ ਲੈਂਦੇ। ਤੋ ਇਸ ਕਰਕੇ ਸਾਫ਼ ਸੀਗਾ। ਤਾਂ ਇਹਨਾਂ ਦੀ ਅੱਜ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ। ਉਸ ਤੋਂ ਬਾਅਦ ਫਿਰ ਦੋਨੇ ਚੀਫ ਮਿਨਿਸਟਰ ਬਰੀਫ ਕਰਦੇ ਨੇ, ਪੱਤਰਕਾਰਾਂ ਨੂੰ ਦੱਸਦੇ ਨੇ ਸਾਰੀ ਗੱਲਬਾਤ। ਤਾਂ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਪਾਣੀ ਹੈ ਹੀ ਨਹੀਂ ਤਾਂ ਨਹਿਰ ਪਾਈ ਕਾਹਦੀ ਬਣਾਈਏ ਦੱਸੋ। ਤਾਂ ਖੱਟਰ ਕਹਿੰਦਾ, ਉਹ ਜਿਵੇਂ ਸ਼ਿਕਾਇਤੀ ਬੱਚੇ ਹੁੰਦੇ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਫਿਰ ਕੇਂਦਰ ਨੂੰ ਦੱਸਾਂਗੇ, ਸਾਨੂੰ ਕੀ ਆ, ਅਸੀਂ ਉਹਨਾਂ ਨੂੰ ਦੱਸਾਂਗੇ। ਇਹ ਗੱਲ ਮੰਨਦੇ ਨਹੀਂ ਹੈ। ਤਾਂ ਉਹ ਕਹਿੰਦੇ ਆ ਕਿ ਅਸੀਂ ਸਿਰਫ ਸੁਪਰੀਮ ਕੋਰਟ ਦੇ ਫੈਸਲੇ ਤੇ ਗੱਲ ਕੀਤੀ ਆ, ਤੇ ਇਹ ਜਿਹੜੇ ਆਏ ਸਨ ਭਾਈ ਸਾਹਿਬ ਜਾਂ ਨਹੀਂ ਮਾਨ ਸਾਹਿਬ, ਉਹ ਕਹਿੰਦੇ ਇਹ ਨੈਗੇਟਿਵ ਮੋਡ ਦੇ ਵਿੱਚ ਹੀ ਆਏ ਸਨ, ਮਤਲਬ ਕਿ ਨੈਗੇਟਿਵ ਮਾਈਂਡਸੈਟ ਦੇ ਨਾਲ ਆਏ ਸੀਗੇ। ਤਾਂ ਇਹਨਾਂ ਨੇ ਉਹੀ ਗੱਲਾਂ ਕੀਤੀਆਂ। ਸੋ ਲਿਹਾਜ਼ਾ ਅਸੀਂ ਹੁਣ ਕੇਂਦਰ ਦੇ ਮੂਹਰੇ ਸਾਰੀ ਗੱਲਬਾਤ ਜਾ ਕੇ ਰੱਖ ਦੇਣੀ ਆ, ਤੇ ਕੇਂਦਰ ਜਾਣੇ, ਸੁਪਰੀਮ ਕੋਰਟ ਜਾਣੇ, ਅਸਾਂ ਕੀ ਲੈਣਾ ਦੇਣਾ ਆ। ਤਾਂ ਇਹ ਕਹਿੰਦੇ ਆ ਕਿ ਬਾਈ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਇਸ ਵੇਲੇ, ਸਾਡੇ ਤਾਂ ਆਪਣੇ ਪਾਣੀ ਨਹੀਂ ਪੂਰਾ ਹੁੰਦਾ, ਤਾਂ ਅਸੀਂ ਤੁਹਾਨੂੰ ਪਾਣੀ ਕਿੱਥੋਂ ਦੇ ਦਈਏ। ਹੁਣ ਦੇਖਣਾ ਹੋਏਗਾ, ਕਿਉਂਕਿ ਦੇਖੋ ਜਨਵਰੀ ਦੇ ਵਿੱਚ ਹੋਣੀ ਆ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ। ਉਹ ਤੋਂ ਪਹਿਲਾਂ ਕਿ ਕੇਂਦਰ ਕੋਈ ਫੇਰ ਇਹਨਾਂ ਨੂੰ ਕੋਈ ਗੱਲਬਾਤ ਕਰਨ ਵਾਸਤੇ ਕਹਿੰਦਾ, ਜਾਂ ਇਹ ਗੱਲਬਾਤ ਦਾ ਸਿਲਸਿਲਾ ਇੱਥੇ ਮੁੱਕ ਜਾਏਗਾ। ਤਾਂ ਇਹ ਖਾਨਾ ਪੂਰਤੀ ਸੀ, ਮਹਿਜ਼ ਖਾਨਾ ਪੂਰਤੀ। ਬਾਕੀ ਸਾਰੇ ਫੈਕਟ ਵਗੈਰਾ ਉਹ ਬੜੀਆਂ ਡਿਬੇਟਾਂ ਹੋ ਚੁੱਕੀਆਂ ਨੇ ਕਿ ਕਿਸ ਤਰ੍ਹਾਂ ਕੀ ਮਾਮਲਾ ਸੀਗਾ, ਕਿੱਦਾਂ ਇਹ ਕਹਾਣੀ ਤੁਰੀ। ਪਰ ਹੁਣ ਤਾਂ ਜਿਹੜੀ ਲੇਟੈਸਟ ਅਪਡੇਟ ਹੁੰਦੀ ਹੈ, ਬਸ ਸਿਰਫ ਉਹਦੇ ਤੇ ਨਿਗਾਹ ਬਣਾਈ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਕਾਫੀ ਕੁਝ ਹੋਏਗਾ ਆਉਣ ਵਾਲੇ ਦਿਨਾਂ 'ਚ SYL ਨੂੰ ਲੈ ਕੇ। ਤਾਂ ਭਗਵੰਤ ਮਾਨ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਦੇਖੋ ਤੁਸੀਂ ਤੇ ਪੈਮਾਇਸ਼ ਵੀ ਨਹੀਂ ਕੀਤੀ, 40-42 ਸਾਲ ਹੋ ਗਏ ਕਦੇ ਪਾਣੀ ਦੀ ਪੈਮਾਇਸ਼ ਨਹੀਂ ਕੀਤੀ, ਜਦ ਕਿ ਸਾਡੇ ਦਰਿਆਵਾਂ 'ਚ ਮੁਸਲਸਲ ਪਾਣੀ ਘਟ ਰਿਹਾ। ਤਾਂ ਕੁੱਲ ਮਿਲਾ ਕੇ ਆਖ ਸਕਦੇ ਹਾਂ ਅੱਜ ਦੀ ਮੀਟਿੰਗ ਜਿਹੜੀ ਹੈ ਉਹ ਜ਼ਰੂਰ ਹੋਈ, ਪਰ ਕਹਾਣੀ ਉੱਥੇ ਦੀ ਉੱਥੇ ਖਲੋਤੀ ਹੈ ਜਿਵੇਂ SYL ਦੀ ਨਹਿਰ ਖਲੋਤੀ ਹੈ। ਉਹਦਾ ਭਗਵੰਤ ਮਾਨ ਦਾ ਅੱਜ ਕਹਿ ਲਓ ਕਿ ਜਿਹੜਾ ਅੰਦਾਜ਼ੇ ਬਿਆਨ ਸੀ ਉਹ ਅੱਛਾ ਸੀਗਾ, ਮਤਲਬ ਕਿ ਉਹਨਾਂ ਨੇ ਜੋ ਗੱਲਾਂ ਆ ਕੇ ਕਹੀਆਂ, ਜੋ ਗੱਲਾਂ ਉਹ ਅੰਦਰ ਕਹਿ ਕੇ ਆਏ ਨੇ, ਤਾਂ ਇਟ ਮੀਨ ਕਿ ਉਹ ਵਾਕਿਆ 'ਚ ਲੱਗੇ ਕਿ ਪੰਜਾਬ ਦੀ ਉਹ ਨੁਮਾਇੰਦਗੀ ਕਰ ਰਹੇ ਆ। ਅਦਰਵਾਈਜ਼ ਤੇ ਆਰਟਿਸਟ ਤੁਹਾਨੂੰ ਪਤਾ ਉਹ ਜ਼ਿਆਦਾ ਬੋਲਦਾ ਹਾਵੀ ਹੁੰਦਾ ਹੈ ਨਾ ਉਹਨਾਂ 'ਚ। ਤਾਂ ਪਰ ਅੱਜ ਉਹ ਏਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਵਾਕਿਆ ਕੋਈ ਪੰਜਾਬ ਦਾ ਚੀਫ ਮਿਨਿਸਟਰ ਬੋਲ ਰਿਹਾ। ਤਾਂ ਉਹਨਾਂ ਨੇ ਖਾਸੀਆਂ ਗੱਲਾਂ ਕੀਤੀਆਂ ਨੇ, ਬਹੁਤ ਉਹਨਾਂ ਨੇ ਫੈਕਟ ਜਿਹੜੇ ਆ ਕੇ ਦੱਸੇ ਆ ਪੱਤਰਕਾਰਾਂ ਨੂੰ ਕਿ ਸਾਡਾ ਬਈ ਪਾਣੀ ਕਿਸ ਤਰ੍ਹਾਂ ਘਟ ਗਿਆ, ਸਾਡੇ ਪਾਣੀ ਤੇ ਅੱਗੇ ਹੀ ਪਹਿਲਾਂ ਹੀ ਕਿਸ ਤਰ੍ਹਾਂ ਡਾਕਾ ਪਿਆ। ਤਾਂ ਉਹ ਸਾਰੇ ਫੈਕਟ ਜਿਹੜੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਰੱਖੇ ਆ। ਜੀ ਜੀ ਬਿਲਕੁਲ। ਸੋ ਦੇਖੋ ਅੱਗੇ ਕੀ ਜਿਹੜਾ ਇਸ ਚੀਜ਼ ਦੇ ਵਿੱਚ ਬਣਦਾ ਆ,
ਉਹ ਤਾਂ ਹੁਣ ਨਵੇਂ ਬਣੇ ਭਾਜਪਾ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਹੁਣੀ ਵੀ ਕਹਿੰਦੇ ਸੀ ਵੀ ਪਾਣੀ ਤਾਂ ਅਸੀਂ ਵੀ ਜਿਹੜਾ ਨਹੀਂ ਦੇਣਾ, ਇਹ ਸਟੈਂਡ ਲੈਣਾ ਚਾਹੀਦਾ। ਪ੍ਰਗਟ ਸਿੰਘ ਉਹਨਾਂ ਨੇ ਵੀ ਸਲਾਹਾਂ ਦਿੱਤੀਆਂ ਸੀਗੀਆਂ। ਸੋ ਕਾਫੀ ਕੁਛ ਜਿਹੜਾ ਚੱਲ ਰਿਹਾ, ਚਲੋ ਚੰਗੀ ਗੱਲ ਆ ਜੇ ਭਗਵੰਤ ਮਾਨ ਹੁਣੀ ਪੰਜਾਬ ਦੇ ਨਾਲ ਕਹਿੰਦੇ ਇਸ ਉਹ ਤਾਂ ਮਾਮਲੇ 'ਚ। ਪੰਜਾਬ ਦੀ ਭਾਜਪਾ ਵੀ ਕਹਿੰਦੀ ਹੈ ਕਿ ਪਾਣੀ ਨਹੀਂ ਦਿੱਤਾ ਜਾਣਾ ਚਾਹੀਦਾ। ਉਹ ਤਾਂ ਦੇਖੋ ਇਹੀ ਤਾਂ ਡਿਪਲੋਮੈਸੀ ਹੈ ਨਾ। ਹੁਣ ਆਮ ਆਦਮੀ ਪਾਰਟੀ ਅੱਗੇ ਸਵਾਲ ਉੱਠੇਗਾ ਕਿ ਜੇ ਤੁਹਾਡੀ ਹਰਿਆਣੇ 'ਚ ਸਰਕਾਰ ਬਣ ਗਈ ਕਿ ਕੀ ਤੁਸੀਂ ਪਾਣੀ ਮੰਗੋਗੇ? ਤਾਂ ਮੰਗਣਗੇ ਡੈਫੀਨਿਟਲੀ, ਪਹਿਲਾਂ ਜੋ ਮਰਜ਼ੀ ਕਹਿਣ। ਤਾਂ ਇੱਥੋਂ ਦੀ ਭਾਜਪਾ ਵੀ ਕਹਿੰਦੀ, ਭਾਜਪਾ ਕਹਿੰਦੀ ਹੈ ਕਿ ਚੰਡੀਗੜ੍ਹ ਵੀ ਦਿਓ ਭਾਈ, ਯੂਨੀਵਰਸਿਟੀ ਵੀ ਦਿਓ, ਸਾਰਾ ਕੁਝ ਕਰੋ। ਇੱਥੋਂ ਦੀ ਖੇਤਰੀ ਪੋਲਿਟਿਕਸ ਦੀ ਡਿਮਾਂਡ ਅਨੁਸਾਰ ਉਹ ਬਿਆਨ ਤੁਰੇ ਹੀ ਆਉਣੇ ਆ। ਅਮਰਿੰਦਰ ਸਿੰਘ ਵੀ ਇਹੀਓ ਕਹੇਗਾ। ਅਮਰਿੰਦਰ ਸਿੰਘ ਨੇ ਤਾਂ ਤੁਹਾਨੂੰ ਯਾਦ ਹੋਏਗਾ ਕਿ ਅਗਨੀਵੀਰ ਸਕੀਮ ਦੀ ਮੁਖਾਲਫਤ ਕੀਤੀ ਸੀ। ਭਾਜਪਾ ਜੁਆਇਨ ਕਰਨ ਤੋਂ ਬਾਅਦ ਵੀ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਉਹਦੇ ਵਿਰੋਧ ਦੇ ਵਿੱਚ। ਸਹੀ ਹੈ ਜੀ ਜੀ। ਅਗਲੀ ਗੱਲ ਕਰੀਏ, ਐਮਐਲਏ ਅੰਗੂਰਾਲ ਜਿਹੜੇ ਨੇ ਉਹਨਾਂ ਨੇ ਥਾਣੇ 'ਚ ਦਿੱਤੀ ਹੈ ਸ਼ਿਕਾਇਤ, ਕਿਹਾ ਅੰਮ੍ਰਿਤਪਾਲ ਸਿੰਘ ਖਿਲਾਫ ਬੋਲਣ ਤੇ ਮਿਲੀ ਜਾਨੋਂ ਮਾਰਨ ਦੀ ਧਮਕੀ। ਦੇਖੋ ਕੰਮ ਤੱਤਾ ਹੀ ਚੱਲਣ ਡਿਆ। ਮੈਂ ਤੁਹਾਨੂੰ ਦੱਸਾਂ ਕਿ ਤੱਤਾ ਹੀ ਵਗਣ ਡਿਆ ਇੱਥੇ। ਤਾਂ ਪਤਾ ਨਹੀਂ ਹੈ ਕਹਾਣੀ ਬਈ ਅੱਗੇ ਕਿੱਧਰ ਨੂੰ ਜਾਣੀ ਹੈ। ਕੰਮ ਤੱਤਾ ਹੀ ਆ ਉਹਦਾ ਦੋਵੇਂ ਪਾਸਿਆਂ ਤੋਂ। ਦੇਖੋ ਅੰਗੂਰਾਲ ਨੇ ਜਾ ਕੇ ਸ਼ਿਕਾਇਤ ਦਰਜ ਕੀਤੀ ਹੈ ਕਿ ਮੈਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜੋ ਬਿਆਨਾਤ ਦਿੱਤੇ ਸੀਗੇ ਉਸ ਤੋਂ ਬਾਅਦ ਮੈਨੂੰ ਇੱਕ ਧਮਕੀ ਆਈ ਹੈ, ਥ੍ਰੈਟ ਆਈ ਹੈ। ਤਾਂ ਦੂਜੇ ਪਾਸੇ ਇਸੇ ਚੀਜ਼ ਨੂੰ ਲੈ ਕੇ, ਕਿਉਂਕਿ ਪਹਿਲਾਂ ਜਿਹੜੀ ਇਹਨੇ ਕੋਈ ਸਟੇਟਮੈਂਟ ਦਿੱਤੀ, ਸ਼ਾਇਦ ਮੈਨੂੰ ਕੋਈ ਦੱਸ ਰਿਹਾ ਸੀ, ਮੈਂ ਐਵੇਂ ਕਹਾਂ ਮੈਂ ਨਹੀਂ ਸੁਣੀ, ਕਿ ਪਾਕਿਸਤਾਨ 'ਚ ਜਾਓ ਜਾਂ ਮਤਲਬ ਕਿਸ ਤਰ੍ਹਾਂ ਦਾ ਕੁਝ ਬੋਲਿਆ ਸੀਗਾ। ਉਸੇ ਸੰਦਰਭ ਦੇ ਵਿੱਚ ਫਿਰ ਇਹ ਬੋਲੇ ਨੇ। ਤਾਂ ਖੈਰ ਅੱਜ ਤੁਹਾਨੂੰ ਪਤਾ ਬਰਗਾੜੀ ਦੇ ਵਿੱਚ ਇਕੱਠ ਸੀਗਾ, ਤਾਂ ਉਹ ਸੰਗਤਾਂ ਦੇ ਇਕੱਠ ਦੇ ਵਿੱਚ ਜਿਹੜੇ ਅੰਮ੍ਰਿਤਪਾਲ ਸਿੰਘ ਆ ਉਹ ਵੀ ਬੋਲੇ ਆ। ਹਾਲਾਂਕਿ ਉਹਨਾਂ ਨੇ ਕੁਝ ਹੋਰ ਗੱਲਾਂ ਵੀ ਕਹੀਆਂ ਨੇ ਕਿ 1.5 ਮਹੀਨਾ ਜੇ ਦੇਖਦੇ ਆ ਤੁਸੀਂ ਤਾਂ ਦੇਖ ਲਓ, ਤੇ ਨਹੀਂ ਤਾਂ ਉਸ ਤੋਂ ਬਾਅਦ ਬਈ ਫਿਰ ਸਰਬੱਤ ਖਾਲਸਾ ਸਦਕੇ ਤੇ ਖਾਲਸਾ ਹਕੂਮਤ ਦਾ ਐਲਾਨ ਕਰ ਦਿਓ ਗੁਰਮਤਾ ਕਰਕੇ। ਤਾਂ ਇਦਾਂ ਦੀਆਂ ਗੱਲਾਂ ਚਲੋ ਉਹ ਇਕੱਠ ਦੇ ਵਿੱਚ ਜਿੱਦਾਂ ਹੁੰਦੀਆਂ ਨੇ ਤਕਰੀਰਾਂ। ਖੈਰ ਮੇਨ ਗੱਲ ਇੱਥੇ ਆਈ ਜਦੋਂ ਕਿ ਅੰਗੁਰਾਲ ਕਹਿ ਰਿਹਾ ਕਿ ਧਮਕੀਆਂ ਆਈਆਂ ਨੇ, ਤਾਂ ਉਹਦਾ ਕਹਿਣਾ ਸੀਗਾ ਇਸ ਮੌਕੇ ਤੇ ਅੰਮ੍ਰਿਤਪਾਲ ਸਿੰਘ ਦਾ ਕਿ ਦੇਖੋ ਗੱਲ ਇਹ ਹੈ ਕਿ ਬਈ ਇਹ ਸ਼ਬਦੀ ਹਿੰਸਾ ਆਪਣੀ ਰੋਕਣ, ਇਹਨਾਂ ਦੇ ਬੰਦਿਆਂ ਨੂੰ ਜ਼ਬਾਨ ਨੂੰ ਲਗਾਮ ਲਾਉਣੀ ਚਾਹੀਦੀ ਹੈ। ਇਹ ਇਦਾਂ ਬੋਲਦੇ ਆ, ਫਿਰ ਕੱਲ ਨੂੰ ਸ਼ਾਂਤੀ ਟੁੱਟੇਗੀ ਤਾਂ ਤੁਸੀਂ ਸਾਨੂੰ ਆਖਣਾ ਹੈ। ਤਾਂ ਇਸ ਤਰ੍ਹਾਂ ਮਤਲਬ ਕਿ ਮਸਲਾ ਜਿਹੜਾ ਉਹ ਦੂਜੇ ਪਾਸੇ ਉਹ ਸ਼ਬਦੀ ਹਿੰਸਾ ਦਾ ਵੀ ਜ਼ਿਕਰ ਕਰਦੇ, ਇੱਥੋਂ ਤੱਕ ਕਿਹਾ ਕਿ ਬਈ ਸੁਪਰੀਮ ਕੋਰਟ ਕਹਿੰਦੀ ਹੈ ਕਿ ਖਾਲਿਸਤਾਨ ਦੀ ਮੰਗ ਜਾਇਜ਼ ਆ, ਪਰ ਇਹ ਕਿਤੇ ਖਾਲਿਸਤਾਨ ਤੋਂ ਸੌਰੀ ਸੁਪਰੀਮ ਕੋਰਟ ਤੋਂ ਵੀ ਵੱਡਾ ਹੋ ਗਿਆ ਵਿਧਾਇਕ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਕੀਤੀਆਂ ਨੇ। ਪਰ ਉਦੋਂ ਬਾਅਦ ਫਿਰ ਮਤਲਬ ਜਦੋਂ ਇਹ ਪੁੱਛਿਆ ਪੱਤਰਕਾਰਾਂ ਨੇ ਅੰਗੁਰਾਲ ਨੂੰ ਕਿ ਬਾਈ ਉਹ ਤਾਂ ਕਹਿੰਦੇ ਆ ਕਿ ਤੂੰ ਆਪਣੀ ਜ਼ੁਬਾਨ ਨੂੰ ਲਗਾਮ ਦੇ, ਨਹੀਂ ਤਾਂ ਸ਼ਾਂਤੀ ਟੁੱਟੂਗੀ। ਉਹ ਕਹਿੰਦਾ ਕਿ ਮੈਂ ਨਾ ਗਿੱਦੜ ਭੱਬ ਗਿਆਨ ਤੋਂ ਨਹੀਂ ਡਰਦਾ। ਅਮਰਤਪਾਲ ਜੋ ਕਹਿੰਦਾ ਕਹੀ ਜਾਵੇ, ਮੈਂ ਨਹੀਂ ਇਹਨਾਂ ਚੀਜ਼ਾਂ ਤੋਂ ਡਰਦਾ, ਮੈਂ ਉਹਦੇ ਖਿਲਾਫ ਬੋਲਾਂਗਾ ਹੀ ਬੋਲਾਂਗਾ। ਤਾਂ ਮਤਲਬ ਕਿ ਦੋਹਾਂ ਪਾਸਿਆਂ ਤੋਂ ਹੀ ਸਿੱਧੀ ਗੱਲ ਹੈ, ਸਾਫ਼ ਕਰ ਲਿਆ। ਤਾਂ ਇਹ ਸਪਸ਼ਟ ਆ ਕਿ ਦੋਹਾਂ ਪਾਸਿਆਂ ਤੋਂ ਹੀ ਬਿਆਨਬਾਜ਼ੀ ਜਿਹੜੀ ਆਈ ਆ, ਬਿਆਨਬਾਜ਼ੀ ਹੋਈ ਆ। ਤਾਂ ਹੁਣ ਦੋਹੇ ਪਾਸੇ ਤੋਂ ਸਟੈਂਡ ਵੀ ਹੋਈ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਅੱਜ ਜਿਹੜੀ ਉੱਥੇ ਬਰਗਾੜੀ ਦੇ ਵਿੱਚ ਇਕੱਠ ਚੋਂ ਗੱਲ ਨਿਕਲ ਕੇ ਆਈ ਆ, ਉਹ ਸਭ ਤੋਂ ਵੱਡੀ ਇਹ ਆ। ਚਲੋ ਇਹ ਤਾਂ ਸਟੇਟਮੈਂਟਾਂ ਨੇ ਜੀ, ਸਟੇਟਮੈਂਟਾਂ ਦਾ ਹੁਣ ਕੀ ਕਹਿ ਸਕਦੇ ਆ। ਵੈਸੇ ਜੇ ਆਪਾਂ ਖਾਲਿਸਤਾਨ ਦੀ ਗੱਲ ਕਰ ਲਈਏ, ਜਿਵੇਂ ਉਹ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਨੇ ਕਿਹਾ, ਬਿਲਕੁਲ ਵਾਜਬ ਗੱਲ ਹੈ, ਪਰ ਉਹਦੇ ਵਾਸਤੇ ਵੀ ਇੱਕ ਹੱਦ ਹੈ। ਇਹ ਨਹੀਂ ਹੈ ਕਿਉਂਕਿ ਆਪੇ ਤੁਸੀਂ ਕਹਿੰਦੇ ਹੋ ਨਾ, ਸੁਣਿਆ ਹੋਏਗਾ ਸ਼ਾਂਤਮਈ ਢੰਗ ਨਾਲ। ਤਾਂ ਜਦ ਤੁਸੀਂ ਏਦਾਂ ਗੱਲਾਂ ਕਰਦੇ ਹੋ ਕਿ ਬਾਈ ਇਹ ਹੋਏਗਾ ਉਹ ਹੋਏਗਾ, ਤਾਂ ਫਿਰ ਉਹ ਜਿਹੜੀ ਹੱਦ ਹੈ ਉਹ ਵੀ ਤੁਹਾਨੂੰ ਮੱਦੇ ਨਜ਼ਰ ਰੱਖਣੀ ਪਏਗੀ ਜੇ ਉਸ ਹੱਕ ਦੀ ਵਰਤੋਂ ਕਰਨੀ ਹੈ। ਤਾਂ ਦੂਸਰੇ ਪਾਸੇ ਅੰਗੁਰਾਲ, ਮੈਂ ਇੱਕ ਗੱਲ ਅੰਗੁਰਾਲ ਤੋਂ ਵੀ ਹੈਰਾਨ ਆ। ਅੰਗੁਰਾਲ ਮਤਲਬ ਕਿ ਲਾਲਚ ਵੀ ਇਹਨੂੰ ਆਉਂਦਾ ਹੈ, 25 ਕਰੋੜ ਦੀ ਆਫਰ ਵੀ ਇਹਨੂੰ ਆਉਂਦੀ ਹੈ, ਧਮਕੀ ਵੀ ਇਹਨੂੰ ਆਉਂਦੀ ਹੈ। ਪਤਾ ਨਹੀਂ ਸਾਰਾ ਕੁਝ ਅੰਗੁਰਾਲ ਹੀ ਚੁੱਕੀ ਫਿਰਦਾ ਸਮਾਨ ਨੂੰ, ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ। ਤਾਂ ਦੂਜੀ ਗੱਲ ਪਹਿਲੀ ਮਤਲਬ ਠੀਕ ਹੈ, ਵਿਰੋਧਤਾ ਹੈ, ਵਿਚਾਰਕ ਵਿਰੋਧਤਾ ਹੁੰਦੀ ਹੈ, ਮਤਭੇਦ ਹੁੰਦੇ ਨੇ। ਤੁਸੀਂ ਆਪਣੀ ਗੱਲ ਰੱਖੋ, ਆਪਣੀ ਗੱਲ ਰੱਖਣ, ਉਹ ਆਪਣੇ ਹਿਸਾਬ ਕਿਤਾਬ ਨਾਲ ਚੱਲ ਰਿਹਾ, ਤੁਸੀਂ ਆਪਣੇ ਹਿਸਾਬ ਕਿਤਾਬ। ਹਾਂ ਗੱਲਾਂ ਕਿਹੜੀਆਂ ਨੇ, ਪਾਕਿਸਤਾਨ ਭੇਜ ਦਿਆਂਗੇ ਜੀ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਸੋ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਠੀਕ ਹੈ, ਵਿਚਾਰਕ ਮਤਭੇਦ ਹੈਗੇ ਨੇ, ਤੁਸੀਂ ਆਪਣੀ ਗੱਲ ਰੱਖਣੀ ਹੈ ਸੋ ਰੱਖੋ। ਤਾਂ ਇਹ ਗੱਲਾਂ ਕਰਨ ਦੀ ਥਾਂ ਤੇ ਜੇ ਮੁੱਦਿਆਂ ਦੀ ਗੱਲ ਕਰੋ, ਹੁਣ ਤੁਹਾਡੇ ਕੋਲ ਸੱਤਾ ਹੈਗੀ ਆ ਮੇਰੇ ਖਿਆਲ ਦੇ ਨਾਲ ਕਿ ਜਿਹੜੇ ਮਸਲੇ ਜਿਵੇਂ ਹੁਣ ਬੇਅਦਬੀ ਹੈ, ਬਾਈਬਲ
ਕੋਟਕਪੂਰਾ, ਇਹ ਜੀ। ਸਾਰੇ ਮਸਲੇ ਹੱਲ ਕਰੋ ਤੇ ਆਪੇ ਹੀ ਕੋਈ ਕਮਲਾ ਥੋੜੀ ਹੈ ਜਾ ਕੇ ਉੱਥੇ ਮਤਲਬ ਕਿ ਆਰੇ ਦੇ ਥੱਲੇ ਸਿਰ ਦੇ ਦੇਗਾ ਕਿ ਮੇਰਾ ਸਿਰ ਕੱਟਿਆ ਜਾਵੇ। ਤਾਂ ਤੁਸੀਂ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਠੀਕ ਵੀ ਕਰੋ ਤੇ ਇਦਾਂ ਤਾਂ ਸਗੋਂ ਚੀਜ਼ਾਂ ਵਿਗਾੜ ਵੱਲ ਜਾਣਗੀਆਂ। 2 ਤੱਤੇ ਬਿਆਨ ਤੁਸੀਂ ਦਿਓਗੇ, 4 ਉਹ ਦੇਣਗੇ, ਤਾਂ ਫਿਰ ਤਾਂ ਸਥਿਤੀ ਦਿਨੋਂ ਦਿਨ ਉਧਰ ਨੂੰ ਜਾਣੀ ਹੈ ਜਿੱਧਰ ਜਾਣ ਤੋਂ ਡਰ ਲੱਗਦਾ ਬਈ। ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ, ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਇਤਰਾਜ਼ ਪ੍ਰਗਟ। ਹਾਂਜੀ ਦੇਖੋ, ਇਤਰਾਜ਼ ਤਾਂ ਪ੍ਰਗਟ ਕੀਤਾ ਇਹਨਾਂ ਨੇ, ਪਰ ਕੀ ਰਾਜ ਕਰਨਵੀਰ ਸਿੰਘ ਜੀ ਇਤਰਾਜ਼ ਕੀ ਕਰਨਗੇ? ਸਹੀ ਗੱਲ। ਗੱਲ ਤੇ ਇਹ ਹੈ ਨਾ ਕਿ ਇਸ ਮੁੱਦੇ ਤੇ ਤਾਂ ਦੇਖੋ ਮੈਂ ਸਪਸ਼ਟ ਤੌਰ ਤੇ ਕਹ ਲਓ ਕਿ ਇਸ ਮਾਮਲੇ 'ਚ ਕਹੂੰਗਾ ਕਿ ਇੱਥੇ ਕਾਨੂੰਨ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਜਾਂ ਕਹ ਲਓ ਕਿ ਕਾਨੂੰਨ ਦੀ ਕੁਵਰਤੋਂ ਕੀਤੀ ਜਾ ਰਹੀ ਹੈ। ਸਾਫ਼ ਹੈ ਸਿੱਧਾ, ਇਹਦੇ 'ਚ ਕੋਈ ਲਾਗ ਲਪੇਟ ਨਹੀਂ ਹੈ। ਜਿੱਥੇ ਤੁਹਾਨੂੰ ਪਤਾ ਮੇਰਾ ਸਟਾਂਸ ਹੋਵੇ ਤਾਂ ਮੈਂ ਉੱਥੇ ਗੱਲ ਕਰ ਦੇਣਾ ਨਾ, ਚਾਹੇ ਕਿਸੇ ਨੂੰ ਚੰਗੀ ਲੱਗੇ ਮਾੜੀ ਲੱਗੇ। ਤਾਂ ਗੱਲ ਇਹ ਆ ਕਿ ਬਾਈ ਗੁਰਮੀਤ ਰਾਮ ਰਹੀਮ ਨੂੰ ਵੋਟਾਂ ਵਾਸਤੇ ਵਰਤਿਆ ਜਾ ਰਿਹਾ, ਪਪਟ ਬਣਾ ਲਿਆ ਨੂੰ, ਤੋਤਾ ਹੈ ਉਹਨਾਂ ਦਾ ਇਸ ਟਾਈਮ। ਉਹ ਆਂਦੇ ਹੁੰਦੇ ਨਾ ਜਿਉਂਦਾ ਕੱਖ ਦਾ ਤੇ ਮਰਿਆ ਲੱਖ ਦਾ, ਐਂ ਬੋਲਦੇ ਹੁੰਦੇ ਨਾ ਪੰਜਾਬੀ। ਇਹਨਾਂ ਵਾਸਤੇ ਤਾਂ ਉਹ ਬਾਹਰ ਰਹਿਣ ਨਾਲੋਂ ਜੇਲ੍ਹ 'ਚ ਰਹਿੰਦਾ ਚੰਗਾ ਹੈ ਕਿ ਜਦੋਂ ਜੀ ਕਰਦਾ ਉਹਨੂੰ ਐ ਜਿਵੇਂ ਮਤਲਬ ਕਿ ਸਰਕਸ ਦਾ ਸ਼ੇਰ ਨਹੀਂ ਹੁੰਦਾ ਤਾਂ ਉਹ ਮਾੜੀ ਜੀ ਪੂਛ ਨੂੰ ਲਾਉਂਦੇ ਆ ਨਾ ਤਾਂ ਉਹ ਨਾਚ ਕਰਦਾ ਏਦਾਂ, ਤਾਂ ਮਾੜਾ ਜਿਹਾ ਪਿੰਜਰਾ ਹਟਾ ਦਿਓ ਫਿਰ ਤੁਹਾਨੂੰ ਪਤਾ ਹੀ ਹੈ ਨਾ। ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਖੇਡ ਕਰਾ ਰਹੇ ਨੇ ਉਹਦੇ ਤੋਂ, ਸਰਕਸ ਦਾ ਸ਼ੇਰ ਬਣਾ ਰੱਖਿਆ ਹੈ ਇਸ ਟਾਈਮ। ਤਾਂ ਗੱਲ ਇਹ ਹੈ ਕਿ ਬਈ ਉਹ ਮਤਲਬ ਕਿ ਚਾਹੁੰਦਾ ਹੈ ਕਿ ਸੈਰ ਸਪਾਟਾ ਚੱਲਦਾ ਰਵੇ। ਉਹ ਚਾਹੁੰਦੇ ਆ ਕਿ ਤੂੰ ਆ ਕੇ ਥੋੜਾ ਬਹੁਤਾ ਕਰ ਜਿਆ ਕਰ। ਘਰ ਘਰ ਤਿਰੰਗਾ ਮੁਹਿੰਮ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ, ਸ਼ਾਇਦ ਸਰੋਤਿਆਂ ਨੂੰ ਯਾਦ ਹੋਏਗਾ ਕਿ ਘਰ ਘਰ ਤਿਰੰਗਾ ਅਮਿਤ ਸ਼ਾਹ ਨੇ ਬਾਅਦ ਚ ਐਲਾਨਿਆ ਸੀ ਉਸ ਮੁਹਿੰਮ ਨੂੰ, ਜਦ ਕਿ ਪਹਿਲਾਂ ਹੀ ਕਹਿ ਗਿਆ ਸੀਗਾ। ਤਾਂ ਮੈਂ ਹੈਰਾਨ ਸੀ, ਮੈਂ ਇੱਥੇ ਲੋਕਾਂ ਨੂੰ ਕਿਹਾ, ਮੈਂ ਕਿਹਾ ਕਿ ਇਸ ਦੇਸ਼ ਦਾ ਹੋਮ ਮਿਨਿਸਟਰ ਇਹਦੇ ਤੋਂ ਪੁੱਛ ਕੇ ਚੱਲਦਾ ਜਾਂ ਇਹ ਉਹਦੇ ਤੋਂ ਪੁੱਛ ਕੇ ਚੱਲਦਾ, ਤੇ ਦੋਨਾਂ ਹੀ ਸੂਰਤਾਂ ਦੇ ਵਿੱਚ ਕਹਾਣੀ ਬੜੀ ਖਰਾਬ ਜੇ। 40 ਦਿਨ ਦੀ ਹੁਣ ਫੇਰ ਪੈਰੋਲ ਮਿਲ ਗਈ। ਆਦਮਪੁਰ ਦਾ ਇਲੈਕਸ਼ਨ ਆ, ਜ਼ਿਮਨੀ ਚੋਣ ਹੈ, ਉੱਥੇ ਪੰਚਾਇਤੀ ਚੋਣ ਆ। ਪਹਿਲੀ ਗੱਲ ਹੈ ਕਿ ਇਹੋ ਜਿਹੇ ਬੰਦੇ ਨੂੰ ਪੰਚਾਇਤੀ ਚੋਣਾਂ ਜਾਂ ਦੂਜੀਆਂ ਚੋਣਾਂ ਦੇ ਲਾਗੇ ਤਾਂ ਛੁੱਟੀ ਮਿਲਣੀ ਨਹੀਂ ਚਾਹੀਦੀ, ਕਿਉਂਕਿ ਇਹਨਾਂ ਦਾ ਤਾਂ ਸਿਆਸੀ ਵਿੰਗ ਬਣਿਆ ਹੋਇਆ। ਤਾਂ ਸਿੱਧੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਨੂੰਨ ਦੀ ਕਵਰਤੋਂ ਕਿਉਂ ਆ, ਕਿਵੇਂ ਆ? ਕਾਨੂੰਨ ਦਾ ਕੋਈ ਕਸੂਰ ਨਹੀਂ ਹੈਗਾ ਇਹਦੇ 'ਚ, ਕਿਉਂਕਿ ਕੁਛ ਆਪਾਂ ਨੂੰ ਇਹ ਵੀ ਹੁੰਦਾ ਨਾ ਕਿ ਹਾਂ ਬਈ ਇੱਥੋਂ ਦਾ ਪੱਠਾ ਬੈਠਾ ਫਲਾਟ। ਕਾਨੂੰਨ ਆਪਣੀ ਜਗ੍ਹਾ ਸਹੀ ਹੈ, ਜ਼ੋਰ ਕਵਰਤੋਂ ਕਿੱਦਾਂ ਹੋ ਰਹੀ ਹੈ ਕਿ ਇਸ ਸਰਕਾਰ ਦੇ ਹੱਥ 'ਚ ਹੈ ਸਾਰਾ ਕੁਝ। ਰਿਹਾ ਕਰ ਸਕਦੀ ਹੈ, ਪੈਰੋਲ ਦੇ ਸਕਦੀ ਹੈ, ਪੱਕੀ ਰਿਹਾਈ ਕਰ ਸਕਦੀ ਹੈ, ਪਰ ਸਿਲੈਕਟਿਵ ਸੋਚ ਆ, ਸਿਲੈਕਟਿਵ ਅਪਰੋਚ ਆ। ਰਾਜੋਆਣਾ ਦੇ ਮਾਮਲੇ 'ਚ ਕਿਹਾ ਜਾਂਦਾ ਹੈ ਕਿ ਭਾਈ ਜੇ ਰਾਜੋਆਣਾ ਨੂੰ ਮਤਲਬ ਕਿ ਛੱਡੋਗੇ ਤਾਂ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ, ਬਾਰਡਰ ਸਟੇਟ ਹੈ, ਇੰਟਰਨਲ ਸਿਕਿਉਰਿਟੀ ਦਾ ਮਸਲਾ ਹੈ। ਪਰ ਇੱਥੇ ਕੀ ਹੈ ਬਈ, ਜਿਹੜੇ ਬੰਦੇ ਤੇ ਇੰਨੇ ਵੱਡੇ ਅਪਰਾਧ ਨੇ, ਜਿਹੜਾ ਬੰਦਾ ਸਜ਼ਾ ਯਾਫਤਾ ਹੋ ਚੁੱਕਿਆ, ਜਿਹੜਾ ਅੰਡਰ ਟ੍ਰਾਇਲ ਵੀ ਆ ਕੁਝ ਕੇਸਾਂ ਦੇ ਵਿੱਚ, ਜਿਹਦੇ ਪਿੱਛੇ ਕਰੋੜਾਂ ਫਾਲੋਅਰ ਹੋਣ ਦਾ ਦਾਅਵਾ ਕੀਤਾ ਜਾਂਦਾ, ਉਹਨੂੰ ਤੁਸੀਂ ਪੈਰੋਲ ਤੇ ਘੱਲਦੇ ਹੋ, ਕੋਈ ਚੱਕਰ ਨਹੀਂ ਹੈਗਾ। ਤਾਂ ਗੱਲ ਇਹ ਹੈ ਕਿ ਜੋ ਤਾਕਤਾਂ ਨੇ ਹਰਿਆਣੇ ਦੀ ਸਰਕਾਰ ਕੋਲ, ਉਹਦੀ ਅੰਨ੍ਹੇਵਾਹ ਵਰਤੋਂ ਕਰ ਰਹੀ ਹੈ। ਬਸ ਆਹੀ ਮਾਮਲਾ ਹੈ, ਵਰਤੋਂ ਕਹਿ ਲਓ ਜਾਂ ਕਵਰਤੋਂ ਕਹਿ ਲਓ, ਇਹ ਮਸਲਾ ਇਸ ਤਰ੍ਹਾਂ ਹੀ ਹੈ ਬਸ। ਜੀ ਤੁਸੀਂ ਇਹਨੂੰ ਐਵੇਂ ਜਿਹੜਾ ਸਰਕਸ ਵਾਲਾ ਵੀ ਸ਼ੇਰ ਆਖੀ ਜਾਂਦੇ, ਸ਼ੇਰ ਤਾਂ ਆਪਣੀਆਂ ਮੂਵੀਆਂ ਦੇ ਵਿੱਚ ਹੀ ਬਣਦਾ, ਉਹ ਤਾਂ ਸਭ ਨੂੰ ਹੀ ਪਤਾ ਹੈ ਵੀ ਕੀ ਇਹਦੇ। ਨਹੀਂ ਸ਼ੇਰ ਤੋਂ ਭਾਵੇਂ ਕਿ ਉਹ ਮਤਲਬ ਕਿ ਸਰਕਸ ਦਾ ਸ਼ੇਰ ਬੜਾ ਉਹ ਭੈੜੀ ਹਾਲਤ ਹੁੰਦੀ ਉਹਦੀ, ਜਵਾਕ ਵੀ ਚੁੰਝ ਮਾਰ ਜਾਂਦਾ ਹੈ। ਇਹ ਨਾ ਸਮਝਿਓ ਵੀ ਸ਼ੇਰ ਤਾਂ ਸ਼ੇਰ ਹੀ ਰਹਿੰਦਾ, ਜਿਹੜਾ ਸਰਕਸ ਵਾਲਾ ਸ਼ੇਰ ਹੈ ਨਾ, ਉਹ ਤਾਂ ਜਵਾਕ ਵੀ ਉਹਦੀ ਪਿੱਠ 'ਚ ਮਾਰ ਜਾਂਦੇ ਨੇ ਚੁੰਝ, ਉਹਦਾ ਕੋਈ ਡਰ ਨਹੀਂ ਹੁੰਦਾ। ਸੋ ਗੱਲ ਇਹ ਹੈ ਕਿ ਉਹਦੇ ਤੋਂ ਨਾਚ ਕਰਵਾ ਰਹੇ ਨੇ। ਮੇਰਾ ਕਹਿਣ ਦਾ ਮਤਲਬ ਸ਼ੇਰ ਹੋਰ 'ਚ ਇਹ ਤਾਂ ਆਪਣੀਆਂ ਗੱਲਾਂ ਨੇ, ਆਪਾਂ ਮਿੱਥ ਜੋੜਦੇ ਹੁੰਦੇ ਆ, ਇਹ ਫਲਾਣਾ ਸ਼ੇਰ ਹੈ, ਇਹ ਸਰਕਸ ਦਾ ਬਣਾ ਲਓ, ਭਾਵੇਂ ਹੋਰ ਰੱਖ ਲਓ ਜਾਨਵਰ ਨਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜੀ ਬਿਲਕੁਲ। ਦੀਪਕ ਟੀਨੂ ਦੀ ਮਹਿਲਾ ਮਿੱਤਰ ਤੇ ਜਗਤਾਰ ਸਿੰਘ ਮੂਸਾ 18 ਨੂੰ ਪੁਲਿਸ ਰਿਮਾਂਡ ਤੇ, 18 ਤੱਕ ਸੌਰੀ। ਹਾਂਜੀ 18 ਤੱਕ, ਕਿਉਂਕਿ ਦੇਖੋ ਇਹ ਜਗਤਾਰ ਮੂਸਾ ਦਾ ਜ਼ਿਕਰ ਇਸ ਕਰਕੇ ਆ ਕਿ ਇਹਦਾ ਪਿੰਡ ਵੀ ਉਹੀ ਹੈ ਨਾ ਮੂਸਾ। ਤਾਂ ਇਹਨੂੰ ਫੜਿਆ ਸੀਗਾ 에ਅਰਪੋਰਟ ਤੋਂ, ਅੰਮ੍ਰਿਤਸਰ 에ਅਰਪੋਰਟ ਤੋਂ, ਜਦੋਂ ਇਹ ਦੱਸਦੇ ਆ ਕਿ ਦੁਬਈ ਚੱਲਿਆ ਸੀਗਾ। ਤਾਂ ਇਹ ਉਹੀ 2 ਭਰਾਵਾਂ ਚੋਂ ਇੱਕ ਆ ਜਿਹਦੇ ਬਾਰੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਸੀਗਾ ਕਿ ਰੇਕੀ ਕਰ ਰਹੇ ਸੀਗੇ, ਸਾਡੇ ਘਰ ਵੱਲ ਇਹਨਾਂ ਨੇ ਕਰਕੇ ਕੈਮਰੇ ਲਾਏ ਸੀਗੇ,
ਤੇ ਫਿਰ ਉਹ ਕੈਮਰਿਆਂ ਦੀ ਜਿਹੜੀ ਰਿਕਾਰਡਿੰਗ ਵਗੈਰਾ ਜੋ ਮਤਲਬ ਕਿ ਹੁੰਦੀ ਹੈ ਉਹ ਸਾਰਾ ਜਾ ਰਿਹਾ ਸੀਗਾ ਮਸਲਾ ਜੋ ਉੱਥੇ ਚੰਡੀਗੜ੍ਹ ਦੇ ਵਿੱਚ ਬੈਠੇ ਲੋਕ ਆ, ਮੋਹਾਲੀ 'ਚ ਬੈਠੇ ਲੋਕ ਆ, ਜਿਨ੍ਹਾਂ ਨੇ ਸਾਰਾ ਕੁਝ ਕਰਵਾਇਆ। ਉਸ ਤੋਂ ਬਾਅਦ ਇਹ ਨਾਮਜ਼ਦ ਹੋਏ ਸੀ, ਇਹਨਾਂ 'ਚੋਂ ਇੱਕ ਫੜਿਆ ਗਿਆ ਤੇ ਇਹਨੂੰ ਵੀ 18 ਤੱਕ ਭੇਜ ਦਿੱਤਾ ਜੇਲ੍ਹ ਦੇ ਵਿੱਚ। ਤੇ ਦੂਸਰੇ ਪਾਸੇ ਜਿਹੜੀ ਟੀਨੂ ਦੀ ਕਥਿਤ ਪ੍ਰੇਮਿਕਾ ਮਸ਼ੂਕਾ, ਉਹਨੂੰ ਵੀ ਭੇਜ ਦਿੱਤਾ ਹੈ ਰਿਮਾਂਡ ਤੇ। ਹੁਣ ਸਭ ਤੋਂ ਵੱਡੀ ਗੱਲ ਇਹ ਕਿ ਰਿਮਾਂਡ ਤੇ ਤੁਰੇ ਫਿਰਨ ਜਾਂ ਡਿਮਾਂਡ ਤੇ ਤੁਰੇ ਫਿਰਨ ਕੀ ਫਰਕ ਪੈਂਦਾ ਹੈ ਬਈ? ਜਿਹੜੀ ਮੇਨ ਫਰਾਰੀ ਹੋਈ ਆ ਉਹਦੇ 'ਚ ਤਾਂ ਕੀ ਹੈ ਕਿ ਜਿਹੜਾ ਉਹ ਥਾਣੇਦਾਰ ਸੀਗਾ ਪਿਰਤਪਾਲ, ਉਹ ਤੇ ਬਸ ਕੱਟ ਕੇ ਆਪਦਾ ਟਾਈਮ ਤੇ ਉਹ ਜੇਲ੍ਹ 'ਚ ਚਲੇ ਗਿਆ। ਹੋਰ 4 ਦਿਨਾਂ ਨੂੰ ਇਹ ਜੇਲ੍ਹ 'ਚ ਚਲੇ ਜਾਣਗੇ। ਸਭ ਤੋਂ ਵੱਡਾ ਸਵਾਲ ਉੱਥੇ ਦਾ ਉੱਥੇ ਖਲੋਤਾ ਹੈ ਕਿ ਟੀਨੂ ਜਿਹੜਾ ਹੈਗਾ ਆ ਉਹ ਚਲਾ ਕਿੱਥੇ ਗਿਆ ਹੈ। ਵੱਡੀ ਗੱਲ ਇਹ ਆ, ਭੱਜਿਆ ਕਿਵੇਂ, ਭਜਾਇਆ ਕਿਵੇਂ, ਪਿਰਤਪਾਲ ਨੇ ਪੈਸੇ ਲਏ ਜਾਂ ਪਿਰਤਪਾਲ ਭਿੱਜ ਗਿਆ, ਕੀ ਸਾਰੀਆਂ ਕਹਾਣੀਆਂ ਨੇ ਇਹਦੇ ਤੇ ਪਰਦਾ ਹੀ ਪਰਦਾ ਹੈ। ਮਤਲਬ ਕਿ ਆਉਣ ਵਾਲੇ ਦਿਨਾਂ 'ਚ ਦੇਖੋ, ਜਿਸ ਤਰ੍ਹਾਂ ਹੁਣ ਬੜੇ ਵੱਡੇ ਗਾਂ ਪੋਲੀਟੀਕਲ ਇਵੈਂਟ, SYL ਜਾਂ ਹੋਰ ਹੋ ਸਕਦਾ, ਇਲੈਕਸ਼ਨ ਆਉਣੇ ਆ, ਹਰਿਆਣਾ ਗੁਜਰਾਤ, ਹਿਮਾਚਲ, ਉਹਦੀਆਂ ਤਰੀਕਾਂ ਦਾ ਐਲਾਨ ਹੋ ਗਿਆ। ਮਤਲਬ ਕਿ ਇਹ ਗੱਲਾਂ ਹੁਣ ਹੌਲੀ ਪਿੱਛੇ ਪੈ ਜਾਣਗੀਆਂ। ਸਭ ਤੋਂ ਵੱਡੀ ਗੱਲ ਹੈ ਕਿ ਟੀਨੂ ਕਿੱਥੇ ਹੈ। ਜੇ ਪੁਲਿਸ ਨੂੰ ਹੁਣ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਉਹ ਕਿੱਥੇ ਆ, ਇਹ ਦੇਸ਼ ਦੇ ਵਿੱਚ ਹੈ ਜਾਂ ਵਿਦੇਸ਼ ਦੇ ਵਿੱਚ ਭੱਜ ਗਿਆ, ਤੇ ਫਿਰ ਉਹਨੂੰ ਕਦੋਂ ਲਿਆਉਣਗੇ, ਲੱਭਣਗੇ, ਇਹ ਤਾਂ ਬਹੁਤ ਬਾਅਦ ਦੀ ਗੱਲ ਆ। ਤਾਂ ਕੁੱਲ ਮਿਲਾ ਕੇ ਇਹਦੇ ਉੱਤੇ ਹਾਲੇ ਭੇਤ ਹੀ ਆ ਕਿ ਉਹ ਬੰਦਾ ਕਿਵੇਂ ਭੱਜਿਆ, ਇਹਨੂੰ ਲਾਲਚ ਦੇ ਕੇ ਭੱਜਿਆ, ਪੈਸਾ ਦੇ ਕੇ ਭੱਜਿਆ, ਕਿੱਦਾਂ ਭੱਜਿਆ, ਇਹ ਸਵਾਲ ਹਾਲੇ ਤੱਕ ਹੱਲ ਨਹੀਂ ਹੋਇਆ। ਜੀ ਜੀ ਬਿਲਕੁਲ। ਸੋ ਤੇ ਅੱਜ ਤੁਹਾਡੀਆਂ ਆਪਾਂ ਕਾਲਸ ਵੀ ਲੈਣੀਆਂ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਰਹੇਗਾ 408 272 5200 4082725200। ਕੁਝ ਹੋਰ ਖਬਰਾਂ ਤੇ ਖਬਰਾਂ ਤੋਂ ਬਾਅਦ ਫਿਰ ਆਪਾਂ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਸ ਲੈਣੀਆਂ ਆ। ਅਗਲੀ ਖਬਰ ਤੇ ਨਜ਼ਰ ਮਾਰੀਏ। ਦੂਰ ਦਰਾਡੇ ਪ੍ਰੀਖਿਆ ਕੇਂਦਰ ਬਣਾਉਣ ਕਾਰਨ ਅੱਧ ਤੋਂ ਜ਼ਿਆਦਾ ਉਮੀਦਵਾਰ ਰਹੇ ਗੈਰ ਹਾਜ਼ਰ। हाँ जी, देखो ये भर्ती सीगी, कांस्टेबलों की भर्ती सी। सेंटर ਜਿਹੜੇ ਆ ਉਹ ਬਣਾਏ ਗਏ। ਵੈਸੇ ਪਿਛਲੇ ਸਾਲ 2021 ਚ ਜਿਹੜੀ ਕਾਂਸਟੇਬਲਾਂ ਦੀ ਭਰਤੀ ਕੱਢੀ ਗਈ ਸੀਗੀ, ਅੱਜ ਦੀ ਪ੍ਰੀਖਿਆ ਸੀ, ਪਰ ਬਹੁਤ ਸਾਰੇ ਉਮੀਦਵਾਰ ਐਸੇ ਸੀਗੇ ਜਿਹੜੇ ਦੂਰ ਦਰਾਡੇ ਦੇ ਪ੍ਰੀਖਿਆ ਕੇਂਦਰ ਅਲਾਟ ਹੋਣ ਕਰਕੇ ਉੱਥੇ ਪਹੁੰਚ ਨਹੀਂ ਸਕੇ, ਤਾਂ ਉਤਸ਼ਾਹ ਵੀ ਮਠਾ ਨਜ਼ਰ ਆਇਆ। ਤਾਂ ਬਹੁਤ ਵੱਡੀ ਗਿਣਤੀ ਦੱਸਦੇ ਆ ਕਿ ਗੈਰ ਹਾਜ਼ਰ ਹੋ ਗਏ। ਤਾਂ ਦੇਖੋ ਇਹ ਇੱਕ ਸਮੱਸਿਆ ਰਹਿੰਦੀ ਹੈ, ਬੇਸਿਕ ਸਮੱਸਿਆ। ਜਿਹੜੇ ਬੇਰੁਜ਼ਗਾਰ ਨੌਕਰੀ ਦੀ ਕਤਾਰ 'ਚ ਖਲੋਤੇ ਹੁੰਦੇ ਆ, ਉਹਨਾਂ ਤੋਂ ਸਾਰਾ ਕੁਝ ਭਰਾਇਆ ਜਾਂਦਾ, ਕਰਿਆ ਜਾਂਦਾ, ਮੋਟੀ ਫੀਸ ਵਸੂਲੀ ਜਾਂਦੀ ਹੈ, ਪਰ ਬਾਅਦ ਦੇ ਵਿੱਚ ਆ ਸੈਂਟਰਾਂ ਦੀ ਅਲਾਟਮੈਂਟ ਜਿਹੜੀ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਫਲਾਣੇ ਦਾ, ਜਿਵੇਂ ਹੁਣ ਮੰਨ ਲਓ ਸਾਡੇ ਇਧਰ ਅਬੋਹਰ ਅੰਨੀਓ, ਮਲੋਟ ਅੰਨੀਓ ਦੇਖ ਲਓ, ਹਿਸਾਬ ਲਾ ਲਓ, ਅਸੀਂ ਦੂਜੇ ਪਾਸੇ ਆ ਪੰਜਾਬ ਦੇ ਬੰਨੇ। ਇਹਨਾਂ ਬੱਚਿਆਂ ਨੂੰ ਕਈ ਵਾਰ ਚੰਡੀਗੜ੍ਹ ਜਾਣਾ ਪੈਂਦਾ, ਕਈ ਵਾਰ ਜਲੰਧਰ ਜਾਣਾ ਪੈਂਦਾ, 200 250 300 ਕਿਲੋਮੀਟਰ ਤੇ ਤੁਰੀ ਫਿਰਦੇ ਆ। ਤੇ ਜੇ ਉਹੀ ਮੰਨ ਲਓ ਇੱਕ ਤਹਿਸੀਲ ਆ, ਤਹਿਸੀਲ ਤੋਂ ਦੂਜੇ ਤਹਿਸੀਲ ਤੱਕ ਹੋ ਜਾਵੇ ਤੇ ਦੂਜੇ ਵਾਲੇ ਨੂੰ ਇੱਧਰ ਹੋ ਜਾਵੇ, ਤੇ ਕੋਈ ਕੀ ਫਰਕ ਪੈਂਦਾ? ਤੇ ਜਦੋਂ ਪੇਪਰ ਲੀਕ ਹੁੰਦੇ, ਨਕਲ ਵੱਜਦੀ, ਉਦੋਂ ਤੇ ਪਤਾ ਹੀ ਨਹੀਂ ਲੱਗਦਾ। ਇੱਕੋ ਕਮਰੇ 'ਚ ਬੈਠੇ ਹੀ ਮੈਰਿਟ 'ਚ ਆ ਜਾਂਦੇ ਸਾਰੇ, ਇੱਕੋ ਮਤਲਬ ਕਿ ਕਤਾਰ ਦੇ ਵਿੱਚ ਬੈਠੇ। ਤਾਂ ਗੱਲ ਇਹ ਆ ਕਿ ਪੇਪਰ ਲੀਕ ਜਾਂ ਵਗੈਰਾ ਵਗੈਰਾ ਜੋ ਵੀ ਹੁੰਦਾ, ਉਹ ਤਾਂ ਅੱਜ ਕੱਲ ਤੁਹਾਨੂੰ ਪਤਾ ਸਾਰਾ ਕੁਝ ਕੰਪਿਊਟਰਾਈਜ਼ਡ ਸਿਸਟਮ ਆ। ਹੈਕ ਕਰਦੇ ਜਾਂ ਕੀ ਕਰਦੇ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਦਾ। ਉਹ ਇਹ ਤੇ ਐਵੇਂ ਹੁਣ ਬਿਨਾਂ ਜਿੱਦਾਂ ਕਹਿ ਲਈਏ ਨਾ ਕਿ ਗੱਲ ਤੋਂ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਆ, ਬੱਚਿਆਂ ਨੂੰ ਪਰੇਸ਼ਾਨ ਕਰਨ ਵਾਲੀ ਆ ਕਿ ਜਦੋਂ ਤੁਸੀਂ ਪੈਸੇ ਲੈ ਲਏ, ਕਿਸੇ ਕੰਪਨੀ ਨੂੰ ਹਾਇਰ ਕਰ ਲਿਆ, ਉਹਨੇ ਪੇਪਰ ਕੰਡਕਟ ਕਰਨਾ ਹੈ, ਉਹਦੀ ਜ਼ਿੰਮੇਵਾਰੀ ਬਣਦੀ ਹੈ ਸੈਂਟਰਾਂ 'ਚ ਨਿਗਰਾਨੀ ਕਰਨ ਦੀ ਕਿ ਇਹ ਬੱਚੇ ਜਿਹੜੇ ਆ 250 ਕਿਲੋਮੀਟਰ ਪਹਿਲਾਂ ਸਵੇਰੇ ਮੂੰਹ ਚੱਕ ਕੇ ਤੁਰੇ ਜਾਣ ਤੇ ਫਿਰ ਰਾਤ ਨੂੰ ਮੁੜੇ ਆਉਣ। ਜਿਹੜੀਆਂ ਕੁੜੀਆਂ ਹੋਣਗੀਆਂ, ਮੰਨ ਲਓ ਕਿਸੇ ਵੀ ਭਰਤੀ 'ਚ, ਮੈਂ ਕਹਿੰਦਾ ਉਹਨਾਂ ਦੇ ਨਾਲ ਇੱਕ ਜੀ ਵੱਖਰਾ ਜਾਏਗਾ। ਤਾਂ ਇਹ ਮਤਲਬ ਕਿ ਸਾਰਾ ਕੁਝ ਸੈੱਟ ਕਰਨ ਦੀ ਲੋੜ ਹੈ। ਔਰ ਇਹ ਨਹੀਂ ਹੈਗਾ ਕਿ ਇਹਦੇ ਵਾਸਤੇ ਨਾਸਾ ਦੇ ਵਿਗਿਆਨੀ ਬੁਲਾਉਣ ਦੀ ਲੋੜ ਆ ਵੀ ਬੜਾ ਕੋਈ ਮਿਲੀਅਨ ਬਿਲੀਅਨ ਡਾਲਰ ਦਾ ਸਾਨੂੰ ਬਜਟ ਚਾਹੀਦਾ। ਇਹ ਸਾਰੀਆਂ ਚੀਜ਼ਾਂ ਇੱਥੇ ਆਪ ਹੀ ਸੈੱਟ ਕਰ ਸਕਦੇ ਨੇ ਇਹ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਜਿਹੜੀ ਖਬਰ ਉਸ ਤੇ ਨਜ਼ਰ ਮਾਰੀਏ। ਗੁਜਰਾਤ ਵਿੱਚ ਇਟਾਲੀਆ ਦੇ ਬਿਆਨਾਂ ਤੇ ਸਥਿਤੀ ਫਿਰ ਕਸੂਤੀ ਜਿਹੜੀ ਉਸਨੇ ਕਰ ਦਿੱਤੀ ਆ। हाँ देखो, ਤੁਸੀਂ ਇਟਾਲੀਆ ਕਿਹਾ, ਮੈਂ ਇਟਾਲੀਅਨ ਸਮਝ ਲਿਆ, ਤਾਂ ਉਹ ਵੀ ਮਤਲਬ ਕਿ ਇਟਾਲੀਅਨ ਪੀਜ਼ਾ ਵਗੈਰਾ ਜਾਂ ਹਾਂ ਬੜੇ ਸ਼ਬਦ ਇਸਤੇਮਾਲ ਹੁੰਦੇ ਹਨ। ਤਾਂ ਖੈਰ ਦੇਖੋ ਗੱਲ ਕੀ ਹੈ ਕਿ ਇਹ ਜਿਹੜਾ ਗੋਪਾਲ ਇਟਾਲੀਆ ਹੈ ਨਾ, ਬੇਸਿਕਲੀ ਇਹ ਸਿਪਾਹੀ ਹੁੰਦਾ ਸੀਗਾ ਗੁਜਰਾਤ ਪੁਲਿਸ ਦੇ ਵਿੱਚ। ਫਿਰ ਬਾਅਦ ਦੇ ਵਿੱਚ ਕਲੈਕਟਰ
ਜਿਹੜੇ ਹੁੰਦੇ ਜਿਵੇਂ ਡੀਸੀ ਆਪਣਾ ਕਹਿ ਦਿੰਦੇ ਆ, ਇਹਦੇ ਦਫ਼ਤਰ ਚ ਆ ਗਿਆ, ਕਲਰਕ ਬਣ ਗਿਆ। ਫਿਰ ਮਾੜਾ ਮੋਟਾ ਇਹਨੇ ਪੋਲਿਟਿਕਸ ਨੂੰ ਵੀ ਮੂੰਹ ਮਾਰਨਾ ਸਟਾਰਟ ਕਰ ਦਿੱਤਾ। 2017 ਚ ਇਹਦੀ ਬਦਲੀ ਹੋਈ ਸੀ ਤੇ ਇਹਨੇ ਉਦੋਂ ਦੇ ਹੋਮ ਮਿਨਿਸਟਰ ਦੇ ਮਾਰਤਾ ਸੀਗਾ ਜੁੱਤਾ। ਤੇ ਤੁਹਾਨੂੰ ਪਤਾ ਜੁੱਤਾ ਮਾਰਨ ਵਾਲੇ ਦੇ ਜਾਂ ਚਪੇੜ ਮਾਰਨ ਵਾਲੇ ਦੇ ਇਹ ਫੀਤੀ ਬਹੁਤ ਜਲਦੀ ਲਾ ਦਿੰਦੇ ਨੇ ਫੀਤੀਆਂ। ਤੇ ਇਹਨਾਂ ਨੇ ਚੱਕ ਕੇ, ਆਮ ਆਦਮੀ ਪਾਰਟੀ ਵਾਲੇ ਨੇ ਕਿਹਾ ਸਾਨੂੰ ਤੇਰੀ ਲੋੜ ਆ, ਉਹਨੇ ਆ ਠੀਕ ਆ ਵੀ ਲੈ ਲਓ। ਤਾਂ ਇਹਨੇ ਫਿਰ ਪੋਲਿਟਿਕਸ ਜੁਆਇਨ ਕਰ ਲਈ ਸੀਗੀ। ਤਾਂ ਉਹ ਗੱਲ ਕੀ ਹੈ ਕਿ ਤੁਹਾਨੂੰ ਪਤਾ ਹਿੰਦੂ ਤਵੀ ਰਾਜਨੀਤੀ ਦੇ ਵਿੱਚ ਅੱਜ ਕੱਲ ਬੜੀ ਉੱਥੇ ਚੱਲ ਰਹੀ ਹੈ ਪਕੜਮ ਪਕੜਾਈ। ਤਾਂ ਅੱਗੇ ਕੇਜਰੀਵਾਲ ਘਿਰ ਗਏ ਸੀਗੇ, ਉਧਰੋਂ ਜਾਨ ਛੁੱਟੀ। ਹੁਣ ਇਹਦੀਆਂ 2-3 ਵੀਡੀਓ ਨਿਕਲਦੀਆਂ ਪਈਆਂ ਜੋ ਕਸੂਤਾ ਕੰਮ ਕਰ ਰਹੀਆਂ ਜੀ। ਤਾਂ ਮਤਲਬ ਕਿ ਜਿੱਦਾਂ ਕਹਿ ਲਓ ਕਿ ਇੱਕ ਤਾਂ ਬਿਆਨ ਦੇ ਵਿੱਚ ਇਹਨੇ ਮੋਦੀ ਦੀ ਮਾਂ ਨੂੰ ਹੀ ਨੌਟੰਕੀਬਾਜ਼ ਕਹਿ ਦਿੱਤਾ। ਫਿਰ ਇੱਕ ਹੋਰ ਬਿਆਨ ਸੀਗਾ, ਉਹਦੇ ਵਿੱਚ ਵੀ ਇਹਨੇ ਜਿਵੇਂ ਕਹਿ ਲਓ ਕਿ ਮੰਦਰ ਤੇ ਜੋ ਕਥਾਵਾਂ ਜੋ ਹੁੰਦੀਆਂ ਨੇ ਕਿ ਇਹਨਾਂ ਨੂੰ ਸ਼ੋਸ਼ਣ ਦਾ ਅੱਡਾ ਦੱਸ ਦਿੱਤਾ। ਨਰਿੰਦਰ ਮੋਦੀ ਬਾਰੇ ਉਹ ਤਾਂ ਨੀਚ ਕਹਿ ਹੀ ਦਿੱਤਾ। ਯਾਨੀ ਇਸ ਤਰ੍ਹਾਂ ਦੀਆਂ ਕੁਝ ਵੀਡੀਓਜ਼ ਆਈਆਂ ਨੇ ਕਥਿਤ ਤੌਰ ਤੇ। ਤਾਂ ਹੁਣ ਕੀ ਹੈ ਕਿ ਉਹ ਬੜਾ ਘੇਰਾ ਕੱਸਿਆ ਜਾ ਰਿਹਾ। ਵੈਸੇ ਗੁਜਰਾਤ ਦੇ ਵਿੱਚ ਮਤਲਬ ਕਿ ਚਲੋ ਇਹ ਵੀ ਹੈਗੀ ਆ ਧਿਰ, ਆਪਾਂ ਕਿਸੇ ਨੂੰ ਉਹ ਨਹੀਂ ਸਮਝਦੇ। ਤਾਂ ਉਹ ਟੱਕਰ ਤਾਂ ਵੈਸੇ ਦੋਨਾਂ ਦੀ ਆ, ਪਰ ਇਹ ਥੋੜਾ ਜਿਹਾ ਮਤਲਬ ਕਿ ਡਰ ਵੀ ਹੈਗਾ ਆਮ ਆਦਮੀ ਪਾਰਟੀ ਦਾ। ਸੋ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਦੇ ਮੁਕਾਬਲੇ ਜੇ ਤੁਸੀਂ ਭਾਜਪਾ ਦੇ ਵੇਖੋਗੇ ਤਾਂ ਦੋਨਾਂ ਦੇ ਖਿਡਾਰੀ ਇਹ ਖੇਡ ਜਿਹੜੀ ਆ ਬੜੀ ਖੂਬਸੂਰਤੀ ਨਾਲ ਖੇਡ ਲੈਂਦੇ ਆ। ਯਾਨੀ ਗੱਲ ਨੂੰ ਘੁਮਾਉਣਾ ਤੇ ਗੱਲ ਨੂੰ ਜਚਾਉਣਾ, ਇਹ ਦੋਵਾਂ ਕਲਾਂ ਦੇ ਇਹ ਕਹਿ ਲੋ ਕਿ ਮਹਾਰਥੀ ਆ। ਤਾਂ ਹੁਣ ਭਾਜਪਾ ਵਾਲੇ ਜਿਵੇਂ ਨੀਚ ਹੈ ਜਾਂ ਜੁੜੇ ਨੇ ਸਟੇਟਮੈਂਟ ਕਦੇ ਦਿੱਤੇ ਹੋਣਗੇ ਤਾਂ ਉਹਦੇ ਚੱਲਦੇ ਘੇਰਾਬੰਦੀ ਕਰ ਰਹੇ ਨੇ। ਇਰਾਨੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਅਰਵਿੰਦ ਕੇਜਰੀਵਾਲ ਗਟਰ ਵਰਗੇ ਮੂੰਹ ਵਾਲੇ ਗੋਪਾਲ ਇਟਾਲੀਆ ਦੇ ਨਾਲ ਤੁਹਾਡੇ ਆਸ਼ੀਰਵਾਦ ਨਾਲ, ਮਤਲਬ ਕਿ ਉਹਨੇ ਜਿਹੜੀ ਪੀਐਮ ਦੀ ਮਾਂ ਹੈ ਉਹਨੂੰ ਵੀ ਗਾਲ ਦਿੱਤੀ ਹੈ। ਤਾਂ ਤੁਸੀਂ ਸਮਝ ਲਓ ਕਿ ਹੁਣ ਉਹ ਵੀ ਕੀ ਕਹਿ ਰਹੀ ਹੈ ਕਿ ਗਟਰ ਵਰਗਾ। ਗਟਰ ਕਿਹਨੂੰ ਕਹਿੰਦੇ ਆਪਾਂ, ਜਿੱਥੇ ਗੰਦ ਪਿਆ ਹੁੰਦਾ। ਸੋ ਗੱਲ ਇਹ ਹੈ ਕਿ ਉੱਥੇ ਇਸ ਤਰ੍ਹਾਂ ਦੇ ਸ਼ਬਦੀ ਹਮਲੇ ਇੱਕ ਦੂਜੇ ਤੇ ਹੋ ਰਹੇ ਆ। ਪਰ ਜਿਵੇਂ ਮਤਲਬ ਕਿ ਚਾਹੁੰਦੇ ਆ ਕਿ ਅਸੀਂ ਹਿੰਦੂ ਤਵੀ ਰਾਜਨੀਤੀ ਦੇ ਵਿੱਚ ਵੀ ਕੋਈ ਪੋਲਰਾਈਜੇਸ਼ਨ ਦਾ ਸ਼ਿਕਾਰ ਨਾ ਹੋ ਜਾਈਏ, ਇਸੇ ਕਰਕੇ ਇਹਨਾਂ ਨੇ ਇੱਕ ਮੰਤਰੀ ਦੀ ਬਲੀ ਵੀ ਲੈ ਲਈ। ਫਿਰ ਪਰ ਦੂਸਰੇ ਪਾਸੇ ਉਹ ਕਹਾਣੀ ਫਿਰ ਉੱਥੇ ਆ ਜਾਂਦੀ ਹੈ ਕਿ ਉਹਨਾਂ ਨੇ ਹੁਣ ਦੂਜੇ ਪਾਸੇ। ਔਰ ਤੁਹਾਨੂੰ ਯਾਦ ਹੋਏਗਾ ਮਨੀ ਸ਼ੰਕਰ ਅਈਅਰ ਨੇ ਵੀ ਇਹੋ ਜੀ ਗੱਲ ਕਹੀ ਸੀ ਇੱਕ ਵਾਰੀ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਕਿ ਮੋਦੀ ਬੜਾ ਨੀਚ ਆਦਮੀ ਹੈ। ਹੁਣ ਦੇਖੋ ਵੈਸੇ ਤੇ ਚਲੋ ਇਹ ਸ਼ਬਦ ਜਿਹੜੇ ਨਹੀਂ ਬੋਲਣੇ ਚਾਹੀਦੇ ਕਿਸੇ ਪ੍ਰਤੀ ਵੀ, ਪਰ ਆਪਾਂ ਆਮ ਬੋਲਚਾਲ ਚ ਨਹੀਂ ਕਹਿ ਦਿੰਦੇ ਖਿੱਚ ਕੇ ਕਿ ਫਲਾਣਾ ਬੜਾ ਯਾਰ ਗਿਰਿਆ ਜਾਂ ਨੀਚ ਆਦਮੀ ਹੈ। ਤਾਂ ਉਹਨੇ ਉੱਥੇ ਕੀ ਪ੍ਰਚਾਰਿਆ ਸੀਗਾ ਕਿ ਉਹ ਮੈਨੂੰ ਕਹਿੰਦੇ ਕਿ ਬੜੀ ਨੀਚ ਜਾਤ ਦਾ ਆਦਮੀ ਹੈ। ਉਹ ਫਰਕ ਪੈ ਗਿਆ ਸੀਗਾ। ਤਾਂ ਐਤਕੀ ਵੀ ਆਮ ਆਦਮੀ ਪਾਰਟੀ ਦਾ ਚਲੋ ਹੈ ਕਿ ਕੋਈ ਹੋ ਸਕਦਾ ਕੋਈ ਵੱਡਾ ਉੱਥੇ ਕੋਈ ਕਾਰਨਾਮਾ ਹਾਜ਼ਰੀ ਵਾਲਾ, ਹਾਜ਼ਰੀ ਦਰਜ ਕਰਾਉਣ ਵਾਲਾ ਹੋ ਸਕਦਾ ਹੈ। ਪਰ ਇਹਨਾਂ ਬਿਆਨਾਂ ਦੇ ਕਰਕੇ ਥੋੜਾ ਜਿਹਾ ਹੁਣ ਇਹ ਉੱਥੇ ਫਸੇ ਜੇ ਨਜ਼ਰ ਆ ਰਹੇ ਨੇ। ਜੀ ਜੀ ਜੀ। ਸੋ ਆਪਾਂ ਇੱਥੇ ਮਿੰਟੂ ਜੀ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਚ ਸਰੋਤਿਓ ਅਸੀਂ ਮੁੜਦੇ ਹਾਂ ਫਿਰ ਵਾਪਸ। ਤੇ ਤੁਸੀਂ ਕਾਲ ਕਰ ਸਕਦੇ ਹੋ, ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਲਿਓ। ਨੰਬਰ ਹੈ 408 272 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ, ਮਿੰਟੂ ਗੁਰਸਰੀਆ ਜੀ ਆਪਣੇ ਨਾਲ ਜੁੜੇ ਹੋਏ ਨੇ। ਸਵਾਗਤ ਹੈ ਮਿੰਟੂ ਜੀ ਇੱਕ ਵਾਰੀ ਫਿਰ, ਜੀ ਆਇਆਂ ਨੂੰ ਜੀ। ਜੀ ਸ਼ੁਕਰੀਆ। ਸੋ ਤੇ ਕਾਲ ਕਰ ਸਕਦੇ ਹੋ, ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ, ਪੰਜਾਬ ਭਾਰਤ ਦੀ ਰਾਜਨੀਤੀ ਨੂੰ ਲੈ ਕੇ ਕੋਈ ਸਵਾਲ ਹੋਵੇ ਤੁਹਾਡਾ ਤਾਂ ਜ਼ਰੂਰ ਕਾਲ ਕਰਕੇ ਪੁੱਛ ਸਕਦੇ ਹੋ। 408 272 5200 4082725200 ਦੇ ਉੱਤੇ ਜੁੜ ਚੁੱਕੇ ਨੇ ਆਪਣੇ ਨਾਲ ਰਾਜ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਮਿੰਟੂ ਜੀ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰਾ ਇੱਕੋ ਸਵਾਲ ਤਾਂ ਨਹੀਂਗਾ। ਜਿਹੜੇ ਅੱਜ ਇੱਕ ਸਪੀਚ ਕੌਰ ਵਿਜੇ ਪ੍ਰਤਾਪ ਦੀ ਜਿਹੜੀ ਤੁਸੀਂ ਵੀ ਦੇਖੀ ਹੋਣੀ ਹੈ, ਜਿਹੜੀ ਉਹਨਾਂ ਨੇ ਬਗਰਾੜੀ ਦੇ ਵਿੱਚ ਦਿੱਤੀ ਆ, ਤੇ ਉਹਦੇ ਇਹਨਾਂ ਤੋਂ ਜੇ ਇਨਸਾਫ ਦੀ ਘੱਟੋ ਘੱਟ ਉਮੀਦ ਨਹੀਂ ਹੈ ਇਸ ਗੌਰਮੈਂਟ ਤੋਂ, ਕਿਉਂਕਿ ਇਹਨਾਂ ਦਾ ਹਜੇ ਰੈਕਡ ਠੀਕ ਆ ਕਿ ਇਹਨਾਂ ਦੀ ਕੋਈ ਹਜੇ ਜ਼ਿੰਮੇਵਾਰੀ ਹੈ ਨਹੀਂ ਇੰਨੀ ਕਿ ਇਹ ਕੋਈ ਇਸ ਤਰ੍ਹਾਂ ਦਾ ਵਾਈਟ ਪੇਪਰ, ਇਹ ਦੋ ਵੱਡੇ ਮੁੱਦੇ ਆ ਜਿਹੜੇ ਪੰਜਾਬ ਦੇ, ਇੱਕ ਤਾਂ ਜਿਹੜਾ ਬੇਅਦਬੀ ਦਾ ਤੇ ਇੱਕ ਜਿਹੜਾ ਹੈਗਾ ਆਪਣਾ SYL ਦਾ, ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਪੰਜਾਬ ਦੇ ਲੀਡਰ ਨੇ ਤੇ ਪੰਜਾਬ ਦੀ ਸਰਕਾਰ ਨੇ ਪੰਜਾਬ ਦਾ ਨੁਕਸਾਨ ਕੀਤਾ। ਕੋਈ ਇਸ ਤਰ੍ਹਾਂ ਦਾ ਵਾਈਟ ਪੇਪਰ ਇਹ ਜਾਰੀ ਕਰ ਦੇਣਗੇ, ਜਾਂ ਤੁਸੀਂ ਇਹਨਾਂ ਨੂੰ ਕੋਈ ਸੁਝਾਅ ਦੇ ਸਕਦੇ ਇਸ ਤਰ੍ਹਾਂ ਦਾ, ਵੀ ਘੱਟ ਤੋਂ ਘੱਟ ਆਉਣ ਵਾਲੀਆਂ ਨਸਲਾਂ ਨੂੰ ਤਾਂ ਪਤਾ ਲੱਗੇ ਨਾ ਵੀ ਸਾਡੇ ਲੀਡਰ ਕੀ ਕਰਦੇ ਰਹੇ ਹੁਣ ਤੱਕ ਜੀ। ਦੇਖੋ, ਨਹੀਂ ਇਹ ਜਿਹੜੇ ਬੇਅਦਬੀ ਦੇ ਪ੍ਰਕਰਨ ਤੋਂ ਬਾਅਦ ਦੇ ਘਟਨਾਕ੍ਰਮ ਨੇ ਉਹ ਤੇ ਤਕਰੀਬਨ ਆਪਾਂ ਆਈ ਵਿਟਨੈਸ ਹੈਗੇ ਆ, ਤੇ ਉਹ ਸਾਰਾ ਚੀਜ਼ਾਂ ਦਾ ਜਿਹੜਾ ਆਪਣੇ ਸਾਹਮਣੇ ਖਾਕਾ ਹੈਗਾ ਹੀ ਹੈਗਾ। ਉਹਦੇ ਚ ਕੋਈ ਆਪਾਂ ਨੂੰ ਦੋ ਰਾਏ ਨਹੀਂ ਹੋਣੀ ਚਾਹੀਦੀ ਕਿ ਉਹਦੇ ਚ ਲੀਡਰਾਂ ਦੇ ਰੋਲ ਵੀ ਆਪਾਂ ਡਿਫਾਈਨ ਕਰ ਸਕਦੇ ਹਾਂ, ਅੱਡੋ ਅੱਡ ਉਹਨਾਂ ਦੀ ਵਿਆਖਿਆ ਵੀ ਹੋ ਸਕਦੀ ਹੈ। ਤਾਂ ਸਭ ਤੋਂ ਵੱਡੀ ਗੱਲ ਕਿ ਇੱਕ ਮਿੰਟ ਤੁਹਾਨੂੰ ਰੋਕਣਾ ਜੀ। ਜੀ ਹਾਂਜੀ, ਆਪਾਂ ਗਵਾਹ ਬੇਸ਼ੱਕ ਹੈਗੇ, ਪਰ ਜਿਹੜੀ ਅੰਦਰੂਨੀ ਗੱਲ ਹੁੰਦੀ ਨਾ ਉਹ ਬਾਹਰ ਨਹੀਂ ਆਉਂਦੀ। ਜੇ ਇਹ ਨਹੀਂ, ਉਹ ਤਾਂ ਦੇਖੋ ਜਿਹੜੇ ਅਲੱਗ-ਅਲੱਗ ਸਰਕਾਰਾਂ ਦੇ ਵਿੱਚ ਕਮਿਸ਼ਨ ਬਣੇ ਨੇ ਉਹੀ ਰਿਪੋਰਟਾਂ ਕਰਨਗੇ। ਉਹ ਹੋਰ ਤਾਂ ਅੰਦਰੂਨੀ ਕੀ ਹੈ, ਕਿਉਂਕਿ ਜਿਹੜੇ ਕੇਸ ਚੱਲ ਰਹੇ ਆ ਨਾ ਸਰ ਕੋਰਟਾਂ ਦੇ ਵਿੱਚ, ਤੁਸੀਂ ਉਹਨਾਂ ਦੇ ਉੱਤੇ ਨਹੀਂ ਨਾ ਇਦਾਂ ਦੇ ਕੋਈ ਡਾਕੂਮੈਂਟ ਜਾਰੀ ਕਰ ਸਕਦੇ, ਕਿਉਂਕਿ ਉਹ ਕੋਰਟ ਦਾ ਪਾਰਟ ਹੈ। ਉਹ ਤਾਂ ਜਿਹੜੇ ਕਮਿਸ਼ਨ ਵਗੈਰਾ ਨੇ ਤੇ ਉਹ ਤਾਂ ਵੈਸੇ ਪਬਲਿਕ ਡੋਮੇਨ ਚ ਨੇ ਚੀਜ਼ਾਂ, ਪਰ ਜਿਹੜੀਆਂ ਕੋਰਟ ਦੇ ਵਿੱਚ ਹੈ ਤਾਂ ਵੱਖਰਾ ਥੋੜੀ ਨਾ ਤੁਸੀਂ ਕੁਝ ਕਰ ਲਓਗੇ ਉਹਦੇ। ਸੋ ਇਸ ਕਰਕੇ ਉੱਥੇ ਤਾਂ ਲਿਮਟਡ ਨੇ ਚੀਜ਼ਾਂ, ਕਹਾਂ ਜਾ ਕੇ ਕਰਨ ਨਾ ਕਰਨ ਉਹ ਇਹਨਾਂ ਤੇ ਮਨਸਰ ਕਰਦਾ, ਨਿਰਭਰ ਕਰਦਾ। ਪਰ ਇੱਕ ਪਾਸੇ ਤੁਸੀਂ ਕੋਰਟ ਦੇ ਵਿੱਚ ਮਤਲਬ ਕਿ ਟ੍ਰਾਇਲ ਲੜ ਰਹੇ ਹੋ, ਤਾਂ ਦੂਸਰੇ ਪਾਸੇ ਤੁਸੀਂ ਏਦਾਂ ਦੇ ਮਤਲਬ ਕਿ ਪੋਲੀਟੀਕਲੀ ਕੁਝ ਕਦਮ ਚੁੱਕੋ, ਉਹ ਵਾਜਬ ਨਹੀਂ ਹੋਏਗਾ ਔਰ ਹੋ ਵੀ ਨਹੀਂ ਸਕਦਾ। ਇਹ ਤਾਂ ਦੂਜੀ ਚੀਜ਼ ਹੈ ਕਿ SYL ਦੇ ਮੁੱਦੇ ਤੇ ਕਿਉਂ ਪੂਰੇ ਪਾਣੀਆਂ ਤੇ ਜਾਂ ਡੈਮਾਂ ਦੇ ਪ੍ਰਬੰਧਾਂ ਤੋਂ ਲੈ ਕੇ ਸਾਰਾ ਹੀ ਵਾਈਟ ਪੇਪਰ ਆ ਜਾਵੇ, ਠੀਕ ਹੈ ਨਾ। 47 ਤੋਂ ਬਾਅਦ ਜੋ ਹੋਇਆ ਸਾਰਾ ਹੀ ਵਾਈਟ ਪੇਪਰ ਆ ਜਾਵੇ, ਤਾਂ ਉਹਦੇ ਚ ਆਪੇ ਪਤਾ ਲੱਗ ਜਾਏਗਾ ਕੀ ਹੋਇਆ। ਲੀਡਰ ਤੇ ਹੈ ਨਹੀਂ ਕੁਝ ਐਸੇ ਸੰਸਾਰ ਦੇ ਵਿੱਚ ਜਿਹੜੇ ਉਹ ਮੌਜੂਦ ਹੀ ਹੈ ਨਹੀਂ, ਪਰ ਘੱਟੋ ਘੱਟ ਕਿਹਦਾ ਰੋਲ ਕਿਹੋ ਜਿਹਾ ਸੀ ਪਤਾ ਲੱਗ ਜਾਏਗਾ, ਔਰ ਉਹਦੇ ਵਿੱਚ ਪੰਜਾਬੀ ਲੀਡਰਾਂ ਦੇ ਰੋਲ ਦਾ ਵੀ ਪਤਾ ਲੱਗ ਜਾਏਗਾ। ਉਹ ਤਾਂ ਵੈਸੇ ਮਿੰਟੂ ਜੀ ਇੱਕ ਸਾਬਕਾ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਕਾਟਜੂ, ਉਹਨਾਂ ਦੇ ਅਧੀਨ ਇੱਕ ਪੀਪਲ ਕਮਿਸ਼ਨ ਵੀ ਬਣਾਇਆ ਸੀਗਾ, ਉਹਦੀ ਰਿਪੋਰਟ ਵੀ ਜਿਹੜੀ ਉਹ ਹੈਗੀ ਪਰ ਉਹਦੀ ਕੀ ਵੈਲਿਊ ਹੈ ਰਾਜ ਕਰਮਵੀਰ ਸਿੰਘ ਜੀ? ਜਿਹੜਾ ਹੁੰਦਾ ਹੈ ਨਾ ਕਮਿਸ਼ਨ, ਉਹ ਇੱਕ ਐਕਟ ਦੇ ਤਹਿਤ ਉਹ ਬਣਦਾ ਹੈ, ਉਹਦੇ ਲਈ ਇੱਕ ਐਕਟ ਹੁੰਦਾ ਹੈ। ਆਪਾਂ ਏਦਾਂ ਕਾਮਰੇਡਾਂ ਦੀ ਵੀ ਇੱਕ ਧਿਰ ਹੈਗੀ ਆ, ਉਹ ਵੀ ਭੇਜਦੇ ਹੁੰਦੇ, ਤੁਹਾਨੂੰ ਯਾਦ ਹੈ ਨਾ, ਕਈ ਮਾਮਲਿਆਂ ਚ ਉਹਨਾਂ ਦੀ ਵੀ ਜਾਂਦੀ ਆ, ਉਹ ਵੀ ਇੱਕ ਰਿਪੋਰਟ ਜਾਰੀ ਜਨਤਕ, ਉਹ ਇੱਕ ਜਨਤਕ ਡਾਕੂਮੈਂਟ ਜ਼ਰੂਰ ਹੁੰਦਾ ਹੈ, ਪਰ ਕਾਨੂੰਨੀ ਤੌਰ ਤੇ ਉਹਦੀ ਵੈਲਿਊ ਕੁਛ ਨਹੀਂ ਹੁੰਦੀ। ਸੋ ਗੱਲ ਇਹ ਹੈ ਕਿ ਕਮਿਸ਼ਨ ਆਪਣੇ ਕੋਲ ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਉਹਨਾਂ ਦੀ ਰਿਪੋਰਟ ਹੈ, ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਹੈ, ਉਹ ਕੁਐਸ਼ ਹੋ ਗਈ ਸੀਗੀ। ਉਹ ਚੀਜ਼ਾਂ, ਉਹ ਡਾਕੂਮੈਂਟ ਤਾਂ ਆਲਰੇਡੀ ਪਬਲਿਕ ਡੋਮੇਨ ਚ ਹੈਗੇ ਆ। ਜੀ ਬਿਲਕੁਲ, ਨਾਲੇ ਸਰਕਾਰਾਂ ਨੇ ਆਪਣੀ ਕਰਕੇ ਘੱਟ ਹੀ ਚਾਂਸ ਆ ਵੀ ਉਹ ਆਪਣੀ ਮਿੱਟੀ ਆਪੇ ਜਿਹੜੀ ਉਹ ਪੱਟਣ ਵੀ। ਹਾਂਜੀ, ਨਹੀਂ ਉਹ ਏਦਾਂ ਦਾ ਵੈਸੇ ਵੀ ਕੋਰਟ ਦੇ ਵਿੱਚ ਮਾਮਲਾ ਹੈ ਨਾ, ਤਾਂ ਦੂਜੀਆਂ ਧਿਰਾਂ ਇਤਰਾਜ਼ ਕਰੂਗੀਆਂ ਕਿ ਤੁਸੀਂ ਬਈ ਜਿਹੜੀਆਂ ਗੱਲਾਂ ਉਹ ਕਿਉਂ ਏਦਾਂ ਕਰ ਰਹੇ ਹੋ ਸਿਆਸੀ ਮਾਈਲੇਜ ਵਾਸਤੇ। ਹੋ ਸਕਦਾ ਕੋਰਟ ਕੋਈ ਸਟੇ ਕਰ ਦੇਵੇ। ਤੇ ਸਰੋਤੇ ਤੁਸੀਂ ਵੀ ਜੇ ਸਵਾਲ ਪੁੱਛਣਾ ਕਾਲ ਕਰ ਸਕਦੇ ਹੋ, ਨੰਬਰ ਹੈ 408 272 5200। ਜਸਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਜੀ। ਹਾਂ ਮਿੰਟੂ ਜੀ, ਆਸ ਹਫ਼ਤੇ ਦੀ ਤੁਸੀਂ ਸੁਣੀ ਹੋਣੀ ਹੈ, ਵੱਡੀ ਡਿਵੈਲਪਮੈਂਟ ਸਟੋਰੀ ਹੋਈ ਹੈ। ਪੰਜਾਬ ਰਿਫੰਡ ਦੇ ਲੀਗਲ ਐਡਵਾਈਜ਼ਰ ਗੁਰਪ੍ਰੀਤ ਸਿੰਘ ਪੰਨੂ ਨੂੰ ਇੰਟਰਪੋਲ ਯਾਨੀ ਕਿ ਵਰਲਡ ਦੀ ਪੁਲਿਸ ਨੇ ਭਾਰਤ ਸਰਕਾਰ ਦੀ ਆਪਣੀ ਮੰਗ ਤੇ ਉਹਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਨਾ ਕਰ ਦਿੱਤੀ ਹੈ। ਸਾਰੇ ਸਬੂਤ ਰੈੱਡ ਕਾਰਨਰ ਨੋਟਿਸ ਮੇਰੇ ਖਿਆਲ ਦੇ ਨਾਲ ਜਾਰੀ ਕਰ ਦਿੱਤਾ। ਉਹੀ ਮੈਂ ਕਹਿ ਰਿਹਾ
ਤੇ ਉਹਨਾਂ ਨੇ ਸਾਰੇ ਸਬੂਤ ਰੱਦ ਕਰ ਦਿੱਤੇ। ਉਹਨਾਂ ਦਾ ਕਹਿਣਾ ਵੀ ਜੋ ਵੀ ਪੰਨੂ ਕਰ ਰਿਹਾ ਵੀ ਕਾਨੂੰਨ ਦੇ ਖਿਲਾਫ ਹੈ ਜੀ। ਹੁਣ ਮੇਰਾ ਸਵਾਲ ਵੀ ਵੇਖੋ, ਇੱਕ ਪਾਸੇ ਤੇ ਭਾਰਤ ਸਰਕਾਰ ਪੰਨੂ ਨੂੰ ਘੇਰਨ ਵਾਸਤੇ ਸਾਰੇ ਤਰੀਕੇ ਵਰਤ ਰਹੀ ਹੈ, ਪੂਰੀ ਤਰ੍ਹਾਂ ਡਿਪਲੋਮੈਸੀ ਲਾ ਲਓ ਤੇ ਦੂਜੇ ਪਾਸੇ ਮੈਂ ਕੁਝ ਹਫ਼ਤੇ ਪਹਿਲਾਂ ਨਾ ਇੱਕ ਟੀਵੀ ਇੰਟਰਵਿਊ ਸੁਣ ਰਿਹਾ ਸੀ ਜਥੇਦਾਰ ਅਕਾਲ ਤਖਤ ਐਕਟਿੰਗ ਜਥੇਦਾਰ ਨੇ ਜਿਹੜੇ, ਤੇ ਜਦੋਂ ਉਹਨੂੰ ਪੱਤਰਕਾਰ ਪੰਨੂ ਬਾਰੇ ਪੁੱਛਦਾ ਹੈ ਨਾ ਤੇ ਉਹ ਕੀ ਕਹਿ ਰਿਹਾ, ਉਹ ਕਹਿ ਰਿਹਾ ਵੀ ਮੈਂ ਤੇ ਭਾਰਤ ਸਰਕਾਰ ਨੂੰ ਕਹਾਂਗਾ ਪੰਨੂ ਨੂੰ ਕਾਬੂ ਕਰੇ ਕਿਉਂਕਿ ਭੜਕਾ ਕੇ ਨੌਜਵਾਨਾਂ ਨੂੰ ਫਸਾ ਰਿਹਾ। ਤੇ ਦੂਜੇ ਪਾਸੇ ਜਥੇਦਾਰ ਕਹਿ ਰਿਹਾ ਸੀ ਪੰਨੂ ਕਿਹੜੇ ਪਾਸੋਂ ਖਾਲਿਸਤਾਨ ਦੀ ਗੱਲ ਕਰਦਾ ਕਿਉਂਕਿ ਇਹ ਤਾਂ ਸਿੱਖ ਹੀ ਨਹੀਂ ਹੈਗਾ। ਇਹ ਇੰਟਰਵਿਊ ਚ ਕਿਹਾ। ਹੁਣ ਮੇਰਾ ਸਵਾਲ ਹੈ ਵੀ ਕੀ ਜਥੇਦਾਰ ਇਹ ਜੋ ਕਰੇਗਾ ਖਾਲਿਸਤਾਨ ਦੀ ਗੱਲ ਕਰਨੀ ਉਹਦੇ ਵਾਸਤੇ ਸਿੱਖੀ ਸਰੂਪ ਹੋਣਾ ਜ਼ਰੂਰੀ ਹੈ? ਮਿਹਰਬਾਨੀ ਜੀ। ਨਹੀਂ, ਇਹ ਤਾਂ ਸਿਆਸੀ ਥਾਟ ਹੈ ਜੀ, ਇਹ ਤਾਂ ਮੇਰੇ ਖਿਆਲ ਦੇ ਨਾਲ ਜਥੇਦਾਰ ਜੀ ਬਿਹਤਰ ਦੱਸ ਸਕਦੇ ਆ, ਪਰ ਇਹ ਪੋਲੀਟੀਕਲ ਥਾਟ ਹੈ। ਹੁਣ ਤਾਂ ਅੱਜ ਕੱਲ ਜੇ ਤੁਸੀਂ ਦੇਖੋਗੇ ਤਾਂ ਇਹ ਇਸ ਤਰ੍ਹਾਂ ਦੀ ਮੂਵਮੈਂਟ ਦੇ ਵਿੱਚ ਮਤਲਬ ਕਿ ਨੌਨ ਵੀ ਗੱਲ ਕਰ ਸਕਦਾ, ਜੇ ਨਹੀਂ ਵੀ ਇਹ ਤਾਂ ਪੋਲੀਟੀਕਲ ਥਾਟ ਹੈ ਨਾ। ਕਿਸੇ ਨੂੰ ਕੋਈ ਕਨਸੈਪਟ ਦੀ ਸਪੋਰਟ ਕਰਦਾ, ਹੋ ਸਕਦਾ ਕੱਲ ਨੂੰ ਕੋਈ ਹਿੰਦੂ ਨੇਤਾ ਸਪੋਰਟ ਕਰ ਦੇਵੇ, ਤਾਂ ਕਿਉਂਕਿ ਸਿੱਖਾਂ ਦੇ ਵਿੱਚੋਂ ਵੀ ਤਾਂ ਇਸੇ ਤਰ੍ਹਾਂ ਦੀ ਕਨਸੈਪਟ ਦੀ ਵਿਰੋਧਤਾ ਵੀ ਹੁੰਦੀ ਹੈ। ਇਹ ਤਾਂ ਪੋਲੀਟੀਕਲ ਥਾਟ ਹੈ, ਇੱਕ ਰਾਜ ਦਾ ਮਾਡਲ ਹੈ, ਉਹਦੀ ਕਲਪਨਾ ਹੈ। ਤਾਂ ਇਹ ਤਾਂ ਹੁਣ ਜਥੇਦਾਰ ਜੀ ਬਿਹਤਰ ਦੱਸ ਸਕਦੇ ਆ ਕਿ ਉਹ ਕਿਸ ਸੰਦਰਭ ਚ ਕਹਿ ਰਹੇ ਆ। ਪਰ ਮੈਨੂੰ ਨਹੀਂ ਲੱਗਦਾ ਇਸ ਜਗ੍ਹਾ ਤੇ ਤਾਂ ਤੁਸੀਂ ਠੀਕ ਹੈ, ਘੱਟੋ ਘੱਟ ਮੈਂ ਐਗਰੀ ਹਾਂ ਤੁਹਾਡੇ ਨਾਲ ਕਿ ਜੇ ਕੋਈ ਇਸ ਤਰ੍ਹਾਂ ਦਾ ਮਤਲਬ ਕਿ ਕਨਸੈਪਟ ਹੈ ਤਾਂ ਉਹਦੇ ਵਿੱਚ ਕੋਈ ਸਿੱਖੀ ਸਰੂਪ ਦਾ ਹੋਣਾ ਜ਼ਰੂਰੀ ਨਹੀਂ ਹੈ। ਪਰ ਇਹੀ ਗੱਲ ਜਿਹੜੀ ਹੈ ਉਹ ਦੂਸਰੇ ਪਾਸੇ ਵੀ ਲਾਗੂ ਹੁੰਦੀ ਹੈ ਕਿ ਜਦੋਂ ਕੋਈ ਘੋਨਾ ਮੋਨਾ ਕੋਈ ਕਿਸੇ ਸਿੱਖਾਂ ਦੇ ਮਸਲੇ ਤੇ ਗੱਲ ਕਰਦਾ ਤੇ ਆਈਓ ਜਵਾਬ ਉਹਨੂੰ ਹੁੰਦਾ ਕਿ ਤੂੰ ਪਹਿਲਾਂ ਸਿੱਖ ਬਣ ਕੇ ਆ ਫਿਰ ਗੱਲ ਕਰੀ, ਚਾਹੇ ਉਹਦੇ ਅੰਦਰ ਦੀ ਜਿੱਦਾਂ ਮਰਜ਼ੀ ਹੋਵੇ। ਤਾਂ ਇੰਟਰਨਲ ਇੰਜੀਨੀਅਰਿੰਗ ਧਰਮ ਤਾਂ ਵੈਸੇ ਇਹੀ ਕਰਨਾ ਸਿਖਾਉਂਦਾ ਬਿਹਤਰ, ਪਰ ਅੱਜ ਕੱਲ ਉਹਦੇ ਤੇ ਕੰਮ ਘੱਟ ਕੀਤਾ ਜਾਂਦਾ ਹੈ। ਜੀ। ਜੋਗਾ ਸਿੰਘ ਜੀ, ਤੇ ਇਸ ਉੱਤੇ ਕਾਲ ਕਰਨ ਦੇ ਲਈ ਨੰਬਰ 408-272-5200 4082725200। ਜੋਗਾ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਰਾਜਵੰਤ ਜੀ, ਆਪਣੇ ਨੂੰ ਵੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਵੀ ਜਿਹੜਾ ਪੰਜਾਬ ਜਿਹੜਾ ਆਪਣੇ ਪ੍ਰਾਈਜ਼ ਦਾ ਮਸਲਾ ਇਹ ਬਹੁਤ ਬੜਾ ਇਸ਼ੂ ਬਣਾ ਦਿੱਤਾ ਹੈਗਾ, ਪਰ ਦਿਲੋਂ ਸਾਫ਼ ਕੋਈ ਵੀ ਨਹੀਂ ਹੈ ਜੀ। ਜਿਹਦੇ ਨਾਲ ਸਿਰਦੇ ਦੇ ਨਾਲ ਦੀਆਂ ਜਿਹੜੀਆਂ ਪਾਰਟੀਆਂ ਰੋਜ਼ ਆਵਾ ਕੌਣ ਖਰਚ ਕਰ ਰਹੀਆਂ, ਪੈਟਰੋਲ ਡਾਲਰ ਲਾਲਣ ਦੀਆਂ ਲਾਈਨਾਂ ਲੈ ਜਾਣੀਆਂ, ਹਰੇਕ ਪਾਰਟੀ ਆਪਣਾ ਹਿੱਸਾ ਪਾ ਕੇ ਕੱਢਣਾ, ਮਤਲਬ ਡੀਸੀ ਨੂੰ ਆਪਣੇ ਫੰਡ ਭੇਜਣਾ। ਹਰੇਕ 4 ਪਾਰਟੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਜੀ ਇਹ ਵੀ ਇਸ ਗੱਲ ਕੰਨ ਨਾ ਕਰ ਜੋ ਕਿਸੇ ਪਾਰਟੀ ਨਹੀਂ ਛਾੜ ਦੇਣੀ ਅਸੀਂ ਫੰਡ ਦਿੰਦੇ ਹਾਂ। ਡੀਸੀ ਨੂੰ ਫੰਡ ਭੇਜਣ ਦੀ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕਰੇ ਕੋਈ ਤੁਸੀਂ ਹੋਰ ਸਾਰੇ ਕੰਮ ਸਾਰੇ ਕਰ ਰਿਹਾ, ਤੁਸੀਂ 2 ਅਰਬ ਰੁਪਇਆ ਕੱਢੋ ਜ਼ਿਮੀਂਦਾਰ ਜਿਹੜੇ ਵਾਤਾਵਰਨ ਦਾ ਪ੍ਰਾਣੀ ਨੂੰ ਕੰਟਰੋਲ ਕਰਨੇ ਵਾਸਤੇ। ਉਹ ਸਾਰੇ ਤੁਸੀਂ ਆਪਣੇ ਸੜਕਾਂ ਤੇ ਵੀ ਗਵਾਈ ਜਾਂਦੇ ਜੀ। ਇੱਕ ਤਰੀਕੇ ਦਾ ਜੇ ਸਾਰੀਆਂ ਪਾਰਟੀਆਂ ਹੁਣ ਤਾਂ ਇਹ ਮਸਲਾ ਹੱਲ ਹੋ ਸਕਦਾ ਜੇ ਦਿਲੋਂ ਨੀਤ ਸਾਫ਼ ਹੋਵੇ। ਜੇ ਕਿਤੇ ਡੁੱਗੀ ਡਿੱਗਿਆ ਕਿਤੇ ਬੱਚਾ ਪੜ੍ਹਨੇ ਚ ਉਹ ਫਿਰ ਹਾਲੇ ਕੋਈ ਨਹੀਂ ਹੈ ਜੀ। ਆਹੀ ਸਵਾਲ, ਮਿਹਰਬਾਨੀ ਜੀ। ਨਹੀਂ ਸਰ, ਮੈਂ ਥੋੜਾ ਜਿਹਾ ਡਿਫਰ ਕਰਾਂਗਾ ਸਰ ਤੁਹਾਡੇ ਨਾਲ ਕਿ ਮਤਲਬ ਕਿ ਸਾਨੂੰ ਤੇ ਲੋੜ ਹੈ ਕਿ ਨਾ ਰਹੇ ਵਾਂਸ ਨਾ ਵੱਜੇ ਬਾਂਸਰੀ, ਸਾਡੀ ਜਾਨ ਝੋਨੇ ਤੋਂ ਹੀ ਛਡਾਓ ਖਾ। ਜਦੋਂ ਆਪਾਂ ਪੈਸਾ ਦੇਣਾ ਹੈ ਕਿਸਾਨਾਂ ਨੂੰ, ਅਸੀਂ ਉਹਨਾਂ ਨੂੰ ਦੂਜੀਆਂ ਬਦਲਵੀਆਂ ਫਸਲਾਂ ਤੇ ਬੀਮਾ ਸਿਕਿਉਰਿਟੀ ਜਾਂ ਅਸੀਂ ਸਿੱਧੀ ਡਾਇਰੈਕਟ ਉਹਨਾਂ ਨੂੰ ਕੋਈ ਬੈਨੀਫਿਟ ਰਾਸ਼ੀ ਦਈਏ ਜਾਂ ਮਤਲਬ ਕਿ ਅਸੀਂ ਕਿੱਲੇ ਦਾ ਉੱਕਾ ਪੁੱਕਾ ਉਹਨਾਂ ਨੂੰ ਦੇਣਾ ਸਟਾਰਟ ਕਰ ਦਈਏ, ਜਿਹਨੂੰ ਆਪਾਂ ਅੰਗਰੇਜ਼ੀ ਚ ਕੀ ਕਹਾਂਗੇ ਰਾਜਕਰਮਵੀਰ ਜੀ, ਇਨਸੈਂਟਿਵ, ਉਹ ਦੇ ਦਈਏ ਅਸੀਂ ਸਿੱਧੇ ਡਾਇਰੈਕਟ, ਤਾਂ ਉਹ ਬਿਹਤਰ ਨਹੀਂ ਹੋਏਗਾ। ਨਾਲੇ ਸਾਡਾ ਪਾਣੀ ਬਚੇਗਾ, ਪਰਾਲੀ ਦੀ ਲੋੜ ਨਹੀਂ ਜਦੋਂ ਝੋਨਾ ਘਟ ਜਾਏਗਾ ਸਾਡਾ। ਚੌਲ ਤੇ ਅਸੀਂ ਖਾਂਦੇ ਹੀ ਨਹੀਂ। ਚੌਲ ਤੇ ਇੱਕ ਪਿੰਡ ਦੇ ਵਿੱਚੋਂ 500 ਟਰਾਲੀ ਹੁੰਦੀ ਤੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਪੂਰੀ ਇੱਕ ਟਰਾਲੀ ਵੀ ਖਾ ਜਾਵਾਂਗੇ ਸਾਲ ਚ, ਇੰਨੇ ਘੱਟ ਚੌਲ ਅਸੀਂ ਇਸਤੇਮਾਲ ਕਰਦੇ ਹਾਂ। ਤਾਂ ਲੋੜ ਤਾਂ ਸਾਨੂੰ ਮੇਰੇ ਖਿਆਲ ਦੇ ਨਾਲ ਇਸ ਵੇਲੇ ਜੋ ਸਾਡਾ ਵਕਤ ਦਾ ਤਕਾਜ਼ਾ ਹੈ ਕਿ ਲੋੜ ਤਾਂ ਹੈ ਕਿ ਅਸੀਂ ਮਾਡਲ ਵੱਲ ਹੁਣ ਥੋੜਾ ਧਿਆਨ ਦਈਏ ਕਿ ਅਸੀਂ ਆਪਣਾ ਮਾਡਲ ਚੇਂਜ ਕਰਕੇ ਕਿੱਦਾਂ ਬਾਜ਼ਾਰ ਦੇ ਵਿੱਚ ਵੀ ਖੜੇ ਰਹਿ ਸਕਦੇ ਹਾਂ ਤੇ ਕਿੱਦਾਂ ਅਸੀਂ ਆਪਣੀ ਜਿਹੜੀ ਖੇਤੀ ਆਧਾਰਿਤ ਆਰਥਿਕਤਾ ਉਹਨੂੰ ਵੀ ਕਾਇਮ ਰੱਖ ਸਕਦੇ ਹਾਂ। ਜੀ, ਥੈਂਕ ਯੂ ਜੋਗਾ ਸਿੰਘ ਜੀ। ਮਿਹਰਬਾਨੀ। ਸੇਵਾ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਅਮਰੀਕਾ ਜਰਮਨੀ ਤੇ ਇੰਗਲੈਂਡ ਵਾਲੇ ਕਸ਼ਮੀਰ ਮੁੱਦੇ ਤੇ ਜਿਹੜਾ ਰਾਗ ਲੱਭਦੇ ਆ ਕਿ ਇਹ ਭਾਰਤ ਨੂੰ ਘੇਰਨ ਦੀ ਤਿਆਰੀ ਆ। ਦੂਜਾ ਨੰਬਰ ਇੰਡੀਆ ਵਾਲੇ ਕਹਿੰਦੇ ਅਸੀਂ ਰੁਪਈਏ ਨਾਲ ਕਰਨੀ ਆ ਤਜਾਰਤ ਵਗੈਰਾ ਸਾਰੀ ਦੁਨੀਆ ਵਿੱਚ, ਕੀ ਰੁਪਈਏ ਨੂੰ ਮਾਨਤਾ ਮਿਲਦੀ ਪੂਰੀ ਦੁਨੀਆ ਵਿੱਚ। ਥੈਂਕ ਯੂ ਜੀ।
ਨਹੀਂ ਦੇਖੋ ਗੱਲ ਕੀ ਹੈ ਕਿ ਉਹ ਰਾਜ ਕਰਨਵੀਰ ਸਿੰਘ ਬਿੱਤਰ ਤੁਹਾਨੂੰ ਦੱਸ ਦੇਣਗੇ ਕਿ ਡਾਲਰ ਨੂੰ ਘੇਰਨ ਵਾਸਤੇ ਆ, ਜਿਵੇਂ ਤੁਸੀਂ ਕਿਹਾ ਨਾ ਕਿ ਇੰਡੀਆ ਨੂੰ ਘੇਰਨ ਵਾਸਤੇ ਉਹ ਕਸ਼ਮੀਰ ਦਾ ਰਾਗ ਲਾਪ ਰਹੇ ਆ, ਇਹ ਡਾਲਰ ਦੀ ਘੇਰਾਬੰਦੀ ਆ। ਔਰ ਇਹਦੇ ਵਿੱਚ ਹੁਣ ਤੁਸੀਂ ਦੇਖੋਗੇ ਤਾਂ ਸਾਊਦੀ ਨੇ ਵੀ ਤਾਂ ਚੱਕਿਆ ਹੋਇਆ ਕੰਮ, ਉਹਨਾਂ ਨੇ ਤਾਂ ਸ਼ਰੇਆਮ ਬਾਈਡਨ ਸਾਹਿਬ ਨੇ ਧਮਕੀ ਦਿੱਤੀ ਹੈ, ਪਰਸੋਂ ਦੀ ਗੱਲ ਹੈ ਨਾ ਰਾਜ ਕਰਨਵੀਰ ਸਿੰਘ ਜੀ, ਜਦੋਂ OPEC ਨੇ ਕਿਹਾ ਅਸੀਂ ਤੇਲ ਦੀ ਕਟੌਤੀ ਕਰਾਂਗੇ 2 ਮਿਲੀਅਨ ਬੈਰਲ ਹਾਂਜੀ तो ये कई देश कर रहे ने इस टाइम, क्योंकि डॉलर ਜਿਹੜਾ ਹੈ ਉਹ ਜਿੰਨਾ ਮਜ਼ਬੂਤ ਹੋ ਰਿਹਾ, ਤੁਸੀਂ ਦੇਖੋ ਨਾ ਉਹਨੇ ਤੇ ਪਾਉਂਡ ਨੂੰ ਵੀ ਗੇੜਾ ਖਵਾ ਦਿੱਤਾ ਹਿਸਟੋਰੀਕਲ। ਤਾਂ ਗੱਲ ਇਹ ਆ ਕਿ ਉਹ ਸਾਰੇ ਦੇਸ਼ ਹੀ ਕਰ ਰਹੇ ਹੋ, ਕੱਲਾ ਇੰਡੀਆ ਨਹੀਂ ਕਰ ਰਿਹਾ। ਜਿੰਨੇ ਵੀ ਮਤਲਬ ਕਿ ਜੇ ਤੁਸੀਂ ਦੇਖੋਗੇ ਚਾਈਨਾ ਵੀ ਕਰ ਰਿਹਾ ਹੈ, ਉਹਦੇ ਚ ਸਾਊਦੀ ਅਰਬ ਜਾਂ ਦੁਬਈ ਤੇ ਇੰਡੀਆ ਵੀ ਆਪਸ ਦੇ ਵਿੱਚ ਕਰ ਰਹੇ ਸੈਟਲਮੈਂਟ, ਜਾਂ ਹੋਰ ਕਈ ਮੁਲਕਾਂ ਦੇ ਨਾਲ ਇੰਡੀਆ ਟਰਾਈ ਕਰ ਰਿਹਾ ਕਿ ਉਹ ਜਿਹੜੀ ਕਰੰਸੀ ਹੈ ਉਹ ਰੁਪਈਏ ਦੇ ਵਿੱਚ ਲੈਣ ਦੇਣ ਹੋ ਜਾਵੇ। तो ਇਹ ਬਈ ਹਾਲੇ ਵੈਸੇ ਮੇਰਾ ਮੰਨਣਾ ਹੈ ਕਿ ਇੰਨੀ ਜਲਦੀ ਡਾਲਰ ਜਿਹੜਾ ਹੈ ਉਹ ਨਹੀਂ ਮਤਲਬ ਜਾਨ ਛੱਡੇਗਾ, ਤਾਂ ਉਹਦੇ ਵਾਸਤੇ ਕਈ ਦਹਾਕੇ ਲੱਗ ਸਕਦੇ ਆ, ਪਰ ਹੌਲੀ ਹੌਲੀ ਨਿਰਭਰਤਾ ਘਟ ਜਾਏਗੀ। ਕੁਆਡ ਗਰੁੱਪ ਇਦਾਂ ਹੀ ਕੰਮ ਕੁਆਡ ਗਰੁੱਪ ਵੀ ਬਣਿਆ ਸੀ, ਉਹ ਵੀ ਕਹਿੰਦੇ ਸੀ ਅਸੀਂ ਆਪਸ ਚ ਇਦਾਂ ਜਿਹੜਾ ਉਹ ਕਰਨਾ। ਇੱਕ ਐ ਤਾਂ ਬ੍ਰਿਕਸ ਵੀ ਹੈ ਨਾ, ਐ ਤਾਂ ਬ੍ਰਿਕਸ ਵੀ ਹੈ, ਹਾਂ ਉਹ ਵੀ ਜਿਹੜੇ ਬ੍ਰਿਕਸ ਹੈ। ਕੁਆਡ ਦੇ ਵਿੱਚ ਤਾਂ US ਵੀ ਆ ਗਿਆ ਨਾ, ਕੁਆਡ ਦੇ ਵਿੱਚ ਤਾਂ ਬ੍ਰਿਕਸ ਹੈ ਇਹਨਾਂ ਦਾ। ਤਾਂ ਬੇਸਿਕਲੀ ਉਹੀ ਹੈ ਨਾ ਕਿ ਹਾਲੇ ਨਿਰਭਰਤਾ ਬਹੁਤ ਹੈ ਡਾਲਰ ਤੇ, ਉਹ ਘਟਾਉਂਦੇ ਟਾਈਮ ਲੱਗੇਗਾ। ਰਹੀ ਗੱਲ ਦੂਜੀ ਗੱਲ ਤੁਸੀਂ ਦਰੁਸਤ ਫਰਮਾਇਆ ਕਿ ਕਿਤੇ ਨਾ ਕਿਤੇ ਇੰਡੀਆ ਨੂੰ ਪ੍ਰੈਸ਼ਰਾਈਜ਼ ਕਰਨ ਦਾ ਯਤਨ ਹੈ, ਪਰ ਇੰਡੀਆ ਦੇਖੋ ਮੈਂ ਕੋਈ ਇਹ ਨਹੀਂ ਹੈ ਕਿ ਮੈਂ ਨਾ ਕੋਈ ਰਾਸ਼ਟਰਵਾਦੀ ਨਹੀਂ ਹੈ, ਵੈਸੇ ਰਾਸ਼ਟਰਵਾਦੀ ਹੋਣਾ ਵੀ ਕੋਈ ਗੱਲ ਨਹੀਂ ਹੈ ਜੀ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਇੰਡੀਆ ਦੀ ਤੁਹਾਨੂੰ ਵੇਖਿਆ ਨਾ ਕਿ ਭੂਮਿਕਾ ਕਿਵੇਂ ਇਸ ਟਾਈਮ ਜਿੱਦਾਂ ਕਲੀ ਪੂਰੀ ਦੁਨੀਆ ਦੇ ਵਿੱਚ ਵੇਖਣ ਵਾਲੀ ਹੈ ਕਿ ਇੰਡੀਆ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਾਈ ਹੁਣ ਤੁਸੀਂ ਕਹਿੰਦੇ ਹੋ ਕਿ ਫਲਾਂ ਗੱਲ ਆ, ਪਰ ਜਦੋਂ ਅਸੀਂ ਰਸ਼ੀਆ ਤੇ ਨਿਰਭਰ ਹੋਏ, ਤੁਸੀਂ ਮਤਲਬ ਕਿ ਉਹਨਾਂ ਨੇ ਵੈਸਟਰਨ ਸ਼ਬਦ ਇਸਤੇਮਾਲ ਕੀਤਾ ਉੱਥੇ ਕਿ ਵੈਸਟਰਨ ਨੇ ਸਾਡੀ ਬਾਹ ਨਹੀਂ ਸੀ ਫੜੀ ਉਸ ਟਾਈਮ, ਤਾਂ ਹੁਣ ਅਸੀਂ ਯਕਦਮ ਆਪਣੀ ਨਿਰਭਰਤਾ ਰਸ਼ੀਆ ਤੋਂ ਕਿਵੇਂ ਘੱਟ ਕਰ ਸਕਦੇ ਹਾਂ। ਤਾਂ ਬਿਲਕੁਲ ਉਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਇੰਡੀਆ ਨੂੰ ਦਬਾਅ ਹੇਠ ਲਿਆਉਣ ਲਈ, ਕਿਉਂਕਿ ਇੰਡੀਆ ਵੱਲ ਸਾਰਿਆਂ ਦੀ ਨਿਗਾਹ ਲੱਗਦੀ ਹੈ ਕਿ ਇੰਡੀਆ ਦਾ ਕੀ ਸਟਾਂਸ ਰਹੇਗਾ ਰਸ਼ੀਆ, ਯੂਕਰੇਨ ਜਾਂ ਹੋਰ ਦੂਜੇ ਤੀਜੇ ਮੁੱਦਿਆਂ ਤੇ, ਤਾਂ ਉਹ ਬਿਲਕੁਲ ਉਹ ਯੂਜ਼ ਕਰ ਰਹੇ ਆ, ਕਿਉਂਕਿ ਜਰਮਨ ਤੁਹਾਨੂੰ ਪਤਾ ਹੁਣ ਖੁੱਲ ਕੇ ਰਸ਼ੀਆ ਦੇ ਵਿਰੁੱਧ ਨਿੱਤਰ ਚੁੱਕਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਜੀ। ਬਿਲਕੁਲ ਡੋਨਲਡ ਬਲੂਮ ਜਿਹੜੇ ਅਮਰੀਕਾ ਦੇ ਐਮਬੈਸਡਰ ਨੇ ਪਾਕਿਸਤਾਨ ਨੂੰ, ਉਹ ਕਸ਼ਮੀਰ ਦੇ ਉਹਨਾਂ ਨੇ ਤਾਂ ਉੱਥੇ ਆਜ਼ਾਦ ਕਸ਼ਮੀਰ ਸ਼ਬਦ ਇਸਤੇਮਾਲ ਕਰ ਦਿੱਤਾ ਹੈ ਨਾ। ਸੋ ਇਹ ਮੁੱਦਾ ਜਿਹੜਾ ਆ ਗਿਆ ਆ, ਬਿਲਕੁਲ ਜਿੱਦਾਂ ਕਿਹਾ ਵੀ ਜਿਹੜਾ ਤੇਲ ਦਾ ਇਸ ਟਾਈਮ ਮਸਲਾ ਬਣਿਆ ਪਿਆ ਆ, ਅਮਰੀਕਾ ਦੀ ਜਿਹੜੀ ਆਪਣੀ ਡਿਪਲੋਮੇਸੀ ਜਿਹੜੀ ਇਸ ਟਾਈਮ ਹੁਣ ਕਰ ਰਹੇ ਆ ਘੇਰਨ ਦੀ ਜਿਹੜੀ ਉਹ ਕੋਸ਼ਿਸ਼, ਹੁਣ ਦੇਖਦੇ ਆ ਵੀ ਕਿਹਦਾ ਜ਼ੋਰ ਚੱਲਦਾ ਤੇ ਕਿਹਦਾ ਜਿਹੜਾ ਉਹ ਨਹੀਂ ਚੱਲਦਾ। ਕਾਫੀ ਪਹਿਲਾਂ ਦੇ ਨਾਲੋਂ ਵੈਸੇ ਵੀ ਤੁਸੀਂ US ਜਿਹੜਾ ਤੁਹਾਡਾ ਸਟ੍ਰੈਟੇਜਿਕ ਪੱਤਰ ਜਾਰੀ ਕਰਦਾ ਹੈ, ਉਹਦੇ ਚ ਇੰਡੀਆ ਨੂੰ ਅਲਾਈ ਲਿਖ ਰਿਹਾ ਉਹ ਪਾਰਟਨਰ ਦੀ ਜਗ੍ਹਾ। ਤੁਸੀਂ ਉਹ ਦੇਖੋ ਪਿੱਛੇ ਜਿਹਾ ਤੁਹਾਡਾ ਪਰਸੋਂ ਚੌਥੀ ਹੋਇਆ ਜਾਰੀ, ਮੈਨੂੰ ਲੱਗਦਾ ਉਹਦੇ ਚ 8 ਵਾਰੀ ਇੰਡੀਆ ਦਾ ਜ਼ਿਕਰ ਹੋਇਆ ਹੈ। ਤਾਂ US ਵੀ ਰਸ਼ੀਆ ਔਰ US ਦੇ ਰਸ਼ੀਆ ਦੇ ਦਰਮਿਆਨ ਕਹਿ ਲੋ ਕਿ ਇੰਡੀਆ ਪੂਰਾ ਇੰਜੋਏ ਕਰ ਰਿਹਾ ਹੈ, ਇਸ ਟਾਈਮ ਇੰਜੋਏ ਕਰ ਰਿਹਾ ਹੈ। ਸਿੱਧੀ ਸਾਫ਼ ਸੀ। ਅਗਲੇ ਕਹਿੰਦੇ ਵੀ ਜਿੱਥੋਂ ਸਸਤਾ ਤੇਲ ਮਿਲਦਾ ਸੀ ਉੱਥੋਂ ਲੈਣਾ ਆ, ਇਹ ਕਹਿੰਦੇ ਵੀ ਤੁਸੀਂ ਲਓ, ਉਹ ਇੰਜੋਏ ਕਰ ਰਿਹਾ ਹੈ। ਲੈਟਸ ਸੀ ਕੀ ਬਣਦਾ। ਮੁਖਤਿਆਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਜਦੋਂ ਆਪਾਂ ਨਾ ਜਿਹੜੇ ਬੰਦੀ ਸਿੰਘਾਂ ਦੀ ਨੇ ਆਪਣੇ ਸਜ਼ਾਈ ਭੁਗਤੀਆਂ ਆ, ਉਹਨਾਂ ਨੂੰ ਕਹਿੰਦੇ ਸਾਨੂੰ ਖਤਰਾ ਆ, ਜਵਾਨੀ ਹੋਣੀ ਚਾਹੀਦੀ, ਤੇ ਜਿਹੜਾ ਰਾਮ ਰਹੀਮ ਇਹ ਪ੍ਰੋਗ ਆ ਜਾਂਦਾ, ਇਹ ਤੋਂ ਖਤਰਾ ਨਹੀਂ ਕਿਸੇ ਨੂੰ? ਖਤਰਾ ਹੋ ਸਕਦਾ, ਇਹਦੇ ਫਾਲੋਅਰ ਜੁੜ ਜਾਣ, ਅਸੀਂ ਕਹਿ ਸਕਦੇ ਹਾਂ ਇਹਦੇ ਫਾਲੋਅਰ ਉੱਥੇ ਜਮਾ ਹੋ ਜਾਣੇ। ਕਹਿੰਦੇ ਸਾਡੇ 5 ਕਰੋੜ ਫਾਲੋਅਰ ਹੈ, ਜੋ ਸਾਰੇ ਤੇ ਸਾਰੇ ਆ ਜਾਣ ਤੇ ਇਹ ਕਵੇ ਕਿ ਬਈ ਏਦਾਂ ਕਰੀਏ ਤੇ ਏਦਾਂ ਕਰੀਏ, ਤਾਂ ਕਹਿਣ ਨੂੰ ਕਹਿਣਾ ਖਤਰਾ ਬਣਾਉਣਾ ਹੈ। ਜੇ ਇਹ ਬਣਾ ਸਕਦੇ ਆ ਕਿ ਉਹ ਬਜ਼ੁਰਗ ਬੰਦੇ ਜਿਹੜੇ ਆ ਜਾਣਗੇ, ਮੰਨ ਲਓ ਜਿਨ੍ਹਾਂ ਦੀ ਹੁਣ ਉਮਰ ਵੀ 60 ਸਾਲ ਦੇ ਕਰੀਬ ਹੈ, ਜੇ ਉਹਨਾਂ ਨੂੰ ਲੱਗਦਾ ਖਤਰਾ ਹੈ, ਤਾਂ ਅਸੀਂ ਇਹ ਕਹਿ ਸਕਦੇ 5 ਕਰੋੜ ਫਾਲੋਅਰ ਇਹਨਾਂ ਦਾ, ਇਹ ਵੀ ਖਤਰਾ ਕਹਿ ਹੀ ਸਕਣਾ ਜੀ। ਬਿਲਕੁਲ ਜਿੱਦਾਂ ਦੱਸਿਆ ਹੀ ਆ ਮੁਖਤਿਆਰ ਜੀ, ਮਿੰਟੂ ਜੀ ਨੇ ਵੀ ਕਾਨੂੰਨ ਦੇ ਹਿਸਾਬ ਨਾਲ ਤਾਂ ਚੱਲ ਰਹੇ, ਪਰ ਕਾਨੂੰਨ ਨੂੰ ਕਿੱਦਾਂ ਮਰੋੜ ਕੇ ਵਰਤ ਰਹੇ ਆ। ਬਿਲਕੁਲ ਉਹੀ ਕਾਨੂੰਨ ਤੁਸੀਂ ਏਦਾਂ ਕਰੋ ਕਿ ਬੰਦੀ ਸਿੰਘਾਂ ਵਾਲੇ ਮਾਮਲੇ ਤੇ ਪਹਿਲਾਂ ਕਮਿਸ਼ਨ ਬਿਠਾ ਲਓ, ਕਮਿਸ਼ਨ ਆਪਣੀ ਘੋਖ ਪੜਤਾਲ ਕਰ ਲੈ, ਕੇਸ ਕੱਢ ਲਵੇ, ਜਿਹੜੇ ਪੈਰੋਲ ਕੱਟ ਚੁੱਕੇ ਉਹਨਾਂ ਦੀ ਪੱਕੀ ਰਿਹਾਈ, ਜਿਹੜੇ ਹਾਲੇ ਮੰਨ ਲਓ ਤੁਹਾਨੂੰ ਲੱਗਦਾ ਉਹਨਾਂ ਨੂੰ ਪੈਰੋਲ ਦੇਣੀ ਸਟਾਰਟ ਕਰ ਦਿਓ ਇਹਦੇ ਵਾਂਗੂ, ਉਹ ਸਾਲ ਚ 3-4 ਵਾਰੀ ਭੇਜੋ। ਮਿੰਟੂ ਜੀ ਕਮਿਸ਼ਨ ਲੱਗਦਾ
ਗੱਲ ਤੇ ਉਹ ਆ ਨਾ ਵੀ ਕਮਿਸ਼ਨ ਬਿਠਾਵੇ ਕੌਣ, ਬਾਹਰੋਂ ਬੈਠੇ ਵਾਲੇ ਤਾਂ ਉਹਨੂੰ ਮਾਨਤਾ ਨਹੀਂ ਤੇ ਕਿਤੇ ਹੋਰ ਸਰਕਾਰਾਂ ਆਪ ਨਹੀਂ ਇਹਦੇ ਚ ਮੈਂ ਤੁਹਾਨੂੰ ਦੱਸਦਾ, ਦੇਖੋ ਆਹ ਗੱਲ ਆ ਫਾਰਮੂਲਾ ਮੈਂ ਪਿਛਲੇ 2 ਸਾਲ ਤੋਂ 1.5 ਸਾਲ ਤੋਂ ਬੋਲ ਰਿਹਾ ਲਗਾਤਾਰ ਐਸੇ ਮੰਚ ਤੋਂ ਕਿ ਭਾਈ ਇਹ ਸਿੱਖ ਲੀਡਰਸ਼ਿਪ ਕਰੇ ਹੋ ਸਕਦਾ ਰਾਜਕਰਨਵੀਰ ਸਿੰਘ, ਕਿਉਂਕਿ ਸਿੱਧਾ ਭਾਜਪਾ ਨੇ ਬੰਦਾ ਨਹੀਂ ਜੇ ਛੱਡਣਾ ਇੱਕ ਵੀ, ਕਿਉਂਕਿ ਕੌਮੀ ਪੋਲਿਟਿਕਸ 'ਚ ਮੁੱਦਾ ਬਣੇਗਾ ਉਲਟਾ। ਤਾਂ ਗੱਲ ਇਹ ਹੈ ਕਿ ਇੱਕ ਵਿਚਲਾ ਰਸਤਾ ਕਮਿਸ਼ਨ ਜਿਹੜਾ ਹੈ ਉਹਦਾ ਗਠਨ ਹੋਵੇ, ਕਮਿਸ਼ਨ ਰეკਮੈਂਡ ਕਰੇ, ਉਹ ਕਹਿਣ ਜੀ ਕਮਿਸ਼ਨ ਦੇ ਮੁਤਾਬਕ ਸਭ ਕੁਝ ਠੀਕ ਹੈ, ਰਸਤਾ ਬਣ ਜਾਂਦਾ। ਰਸਤੇ ਬਣਾਉਣ ਦੀ ਜ਼ਰੂਰਤ ਹੁੰਦੀ ਹੈ, ਰਸਤਾ ਕੌਮਾਂ ਬਣਾਉਂਦੀਆਂ ਹੁੰਦੀਆਂ ਨੇ, ਰਸਤਾ ਕੌਮਾਂ ਦੇ ਲੀਡਰ ਘੜਿਆ ਕਰਦੇ ਨੇ। ਤਾਂ ਗੱਲ ਇਹ ਹੈ ਕਿ ਜੇ ਸਾਡਾ ਛੋਟਾ ਜਿਹਾ ਦਿਮਾਗ ਇੱਥੋਂ ਤੱਕ ਸੋਚਦਾ ਹੈ ਤੇ ਕੀ ਗੱਲ ਹੈ ਬਈ ਏਡੇ ਏਡੇ ਰੌਸ਼ਨ ਦਿਮਾਗ ਬੈਠੇ ਜਿਹੜੇ ਉਹ ਕੀ ਕਰਦੇ ਨੇ। ਜੀ ਜੀ, ਅਗਲੇ ਕਾਲਰ ਨੇ ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਆ ਵੀ ਜਿਹੜੇ ਬੱਸਾਂ ਰੋਡਵੇਜ਼ ਦੀਆਂ ਤੇ 에ਅਰਪੋਰਟ ਤੇ ਜਾਂਦੀਆਂ ਕੀ ਕਿਰਾਇਆ ਜਾਂਦੀਆਂ ਨੇ ਭਾਜੀ, ਜਾਂਦੀਆਂ ਨੇ। ਕਿੰਨਾ ਕਿਰਾਇਆ ਉਹਨਾਂ ਦਾ ਦੂਜੇ ਨੂੰ? ਮੇਰੇ ਖਿਆਲ ਅਪਰੋਕਸੀਮੇਟਲੀ 1200 ਤੋਂ 1500। ਬਾਕੀ ਵੀ ਦੂਜੀਆਂ ਵੀ ਜਾਂਦੀਆਂ ਜਿਹੜੀਆਂ ਪਹਿਲਾਂ ਜਾਂਦੀਆਂ ਸੀ? ਤੁਸੀਂ ਚੜਨਾ ਕਿਹਦੇ ਤੇ ਆ, ਬਾਦਲਾਂ ਵਾਲੀ ਤੇ ਕਿ ਸਰਕਾਰੀ ਤੇ? ਦੋਨੇ ਹੀ ਜਾਂਦੀਆਂ ਨੇ। ਜਿਹੜੀ ਸੂਤ ਹੋਊ ਉਸੇ ਤੇ ਚੜਨਾ, ਜਿਹੜੇ ਨੇੜੇ ਹੋਊ ਜਾਂ ਨਹੀਂ? ਹਾਂਜੀ ਜੀ ਹਾਂਜੀ ਜੀ ਮਿੰਟੂ ਜੀ, ਨੇੜੇ ਆ ਕੇ ਹੁਣ ਇੱਕ ਕਹਿੰਦੇ ਥੋੜੀ ਟਰਮੀਨਲ ਤੋਂ ਦੂਰ ਖੜਦੀ, ਉਹ ਇੱਕ ਵੀਡੀਓ ਵਗੈਰਾ ਦੇਖੀ ਸੀ ਮੈਂ, ਜ਼ਿਆਦਾ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਕਦੇ ਗਿਆ ਨਹੀਂ IGI ਤੇ ਵੈਸੇ ਮੈਂ ਤੁਹਾਨੂੰ ਕਨਫਰਮ ਕਰਕੇ ਦੱਸ ਦੇਵਾਂਗਾ। ਮੇਰਾ ਦੋਸਤ ਇੱਕ ਹੈਗਾ, ਉਹ ਜਾਂਦਾ ਰਹਿੰਦਾ ਹੈ ਤੇ ਟਰਾਂਸਪੋਰਟ ਬਾਰੇ ਵੀ ਉਹਨੂੰ ਥੋੜੀ ਨੌਲੇਜ ਹੈਗੀ ਆ। ਮੈਂ ਤੁਹਾਨੂੰ ਪਤਾ ਕਰ ਦਿਆਂਗਾ ਅਗਲੇ ਪ੍ਰੋਗਰਾਮ ਜਦੋਂ ਆਪਾਂ ਕਾਲਾਂ ਵਾਲਾ ਕਰਾਂਗੇ ਸ਼ੁੱਕਰਵਾਰ, ਤਾਂ ਫਿਰ ਉਦੋਂ ਨੂੰ ਪੱਕਾ ਹੋ ਜਾਏਗਾ, ਜਾਂ ਮੈਂ ਕਿਸੇ ਟਰਾਂਸਪੋਰਟ ਦੇ ਅਧਿਕਾਰੀ ਤੋਂ ਪੁੱਛ ਲਾਂਗਾ। ਅੱਗੇ ਇੱਕ ਸਮੱਸਿਆ ਸੀ ਕਿ ਇਹ ਜਿਹੜੀਆਂ ਸਰਕਾਰੀ ਬੱਸਾਂ ਉਹ ਥੋੜਾ ਕਿਲੋਮੀਟਰ ਫਾਸਲੇ ਤੋਂ ਪਿੱਛੇ ਰਹਿ ਜਾਂਦੀਆਂ ਸੀ, ਜ਼ਿਆਦਾ ਨਹੀਂ। ਜੀ, ਆਪਣੇ ਅਗਲੇ ਕਾਲਰ ਨੇ ਸਵਿੰਦਰ ਕੌਰ ਜੀ। ਹਾਂਜੀ, ਰਾਜਕਰਨਵੀਰ ਤੇ ਮਿੰਟੂ ਵੀਰ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਤੇ ਕੋਈ ਨਹੀਂ ਗਾ, ਪਰ ਮੈਂ ਥੋੜੀ ਜਿਹੀ ਖਾਲਿਸਤਾਨ ਤੇ ਕਲੈਰੀਫਿਕੇਸ਼ਨ ਦੇਣ ਲੱਗੀ ਆ, ਦੇ ਦੇਵਾਂ? ਹਾਂਜੀ ਹਾਂਜੀ। ਪਹਿਲੀ ਤੇ ਸਾਰੇ ਸਰੋਤਿਆਂ ਨੂੰ ਮੇਰੀ ਇਹ ਨਿਮਰਤਾ ਸਹਿਤ ਬੇਨਤੀ ਆ ਕਿ ਪੜ੍ਹੋ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਖਾਲਸਾ ਰਾਜ ਸੀਗਾ ਉਹਦੇ ਵਿੱਚ ਸਾਡੀ ਕਿੰਨੀ % ਗਿਣਤੀ ਸੀ। ਇੱਕ ਗੱਲ। ਦੂਜੀ ਗੱਲ, ਕੀ ਉਹਦੇ ਵਿੱਚ ਹਿੰਦੂ ਨਹੀਂ ਸੀ ਵੱਸਦੇ? ਕੀ ਉਹਦੇ ਵਿੱਚ ਮੁਸਲਮਾਨ ਨਹੀਂ ਸੀ ਵੱਸਦੇ? ਜਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਵਿੱਚ ਮੁਸਲਮਾਨ ਜਾਂ ਹਿੰਦੂ ਜਿਹੜੇ ਉਹ ਜਰਨੈਲ ਨਹੀਂ ਸੀ ਹੈਗੇ? ਜੀ। ਦੂਸਰੀ ਇਹ ਗੱਲ ਆ, ਖਾਲਿਸਤਾਨ ਦੇ ਵਾਸਤੇ ਕੋਈ ਮੋਨਾ ਕੋਨਾ ਕਿਉਂ ਨਹੀਂ ਗੱਲ ਕਰ ਸਕਦਾ? ਕੱਲ ਨੂੰ ਕੋਈ ਮੁਸਲਮਾਨ ਭਰਾ ਵੀ ਕਰ ਸਕਦਾ ਹੈ, ਕਿਉਂਕਿ ਉੱਥੇ ਅਸੀਂ ਸਾਰਿਆਂ ਨੇ ਵਸਣਾ ਹੈ। ਮਤਲਬ ਇਹ ਆ ਕਿ ਪਹਿਲਾਂ ਤੁਸੀਂ ਸੋਚੋ ਕਿ ਤੁਹਾਨੂੰ ਚਾਹੀਦਾ ਕਿ ਨਹੀਂ ਚਾਹੀਦਾ, ਤੇ ਹਾਂ 'ਚ ਵੋਟ ਪਾ ਦਿਓ, ਨਹੀਂ ਚਾਹੀਦਾ ਤੇ ਨਾ 'ਚ ਵੋਟ ਪਾ ਦਿਓ, ਤੇ ਆਪਣੇ ਬ੍ਰੇਨ ਜਿਹੜੇ ਆ ਉਹ ਤੇ ਅਸੀਂ ਕਲੀਅਰ ਕਰੀਏ ਕਿ ਅਸੀਂ ਚਾਹੁੰਦੇ ਕੀ ਆ। ਸੋ ਮੁਸਲਮਾਨ ਵੀ ਉਹਦੀ ਗੱਲ ਕਰ ਸਕਦਾ ਹੈ, ਉਹਦੀ ਹਿੰਦੂ ਵੀ ਗੱਲ ਕਰ ਸਕਦਾ ਆ, ਉਹਦੀ ਮੈਂ ਵੀ ਕਰ ਸਕਦੀ ਹਾਂ, ਉਹਦੀ ਤੁਸੀਂ ਵੀ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਅਸੀਂ ਉਹ 'ਚ ਖਾਲਸਾ ਹੋਈਏ, ਉਹਦਾ ਨਾਂ ਖਾਲਿਸਤਾਨ ਹੈ ਅਸੀਂ ਰੱਖਦੇ ਹਾਂ। ਤੁਸੀਂ ਕੱਲ ਨੂੰ ਮੋਗਾ ਸਥਾਨ ਰੱਖ ਲਓ, ਤੁਸੀਂ ਅੰਮ੍ਰਿਤਸਰ ਸਥਾਨ ਰੱਖ ਲਓ, ਜੋ ਮੈਜੋਰਟੀ ਕਹੂਗੀ ਉਹ ਨਾ ਰੱਖਿਆ ਜਾਊਗਾ। ਮਤਲਬ ਤੇ ਸਿੱਖ ਕੌਮ ਦੀ ਆਜ਼ਾਦੀ ਦਾ ਆ। ਸੋ ਇੰਨੀ ਗੱਲ ਮੈਂ ਦੱਸਣਾ ਚਾਹੁੰਦੀ ਸੀ ਵੀਰ ਜੀ। ਸਾਰਿਆਂ ਨੂੰ ਥੈਂਕ ਯੂ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਨਹੀਂ ਇਹ ਤਾਂ ਫਿਰ ਦੇਖਣਾ ਪਵੇਗਾ ਨਾ ਜੀ, ਜਿਹੜੇ ਹੁਣ ਦੇਖੋ ਅਸੀਂ ਤਾਂ ਗੱਲ ਕੀ ਹੈ ਕਿ ਅਸੀਂ ਜਿੱਥੇ ਰਹਿੰਦੇ ਆ ਤੁਹਾਨੂੰ ਵੀ ਪਤਾ ਸਾਡੀ ਆਪਣੀ ਇੱਕ ਮਰਿਆਦਾ ਹੈ, ਤੇ ਵੈਸੇ ਵੀ ਮੈਂ ਤਾਂ ਬੇਸਿਕਲੀ ਇਸੇ ਚੀਜ਼ ਦਾ ਹੀ ਮਦਈ ਆ, ਇਸੇ ਚੀਜ਼ ਦਾ ਹੀ ਹਾਮੀਦਾਰ ਹੈ ਕਿ ਇੱਕ ਬਰੋਬਰਤਾ ਹੋਵੇ, ਇੱਕ ਮਤਲਬ ਕਿ ਸਾਨੂੰ ਥੋੜੀ ਬਹੁਤੀ ਕਹਿ ਲਓ ਕਿ ਖੁਦ ਮੁਖਤਿਆਰੀ ਹੋਵੇ, ਅਸੀਂ ਆਪਣੇ ਫੈਸਲੇ ਆਪ ਲੈ ਸਕੀਏ ਤੇ ਜਿਹਦੇ ਵਿੱਚ ਕੋਈ ਜਾਤ ਪਾਤ ਨਾ ਹੋਵੇ, ਕੋਈ ਵਰਣ ਵੰਡ ਨਾ ਹੋਵੇ। ਮੈਂ ਤਾਂ ਐਸੇ ਨਿਜ਼ਾਮ ਦੀ ਕਲਪਨਾ ਕਰਦਾ, ਉਹ ਸਿਰਫ ਮੇਰੀ ਕਲਪਨਾ ਹੋ ਸਕਦੀ ਹੈ, ਤੁਹਾਡੀ ਕੋਈ ਸਹਿਮਤੀ ਹੋਣੀ ਜ਼ਰੂਰੀ ਨਹੀਂ ਹੈ। ਪਰ ਇਹ ਆ ਕਿ ਜੇ ਕੋਈ ਕਹੇ ਉੱਠ ਕੇ ਕਿ ਮਤਲਬ ਕਿ ਇੱਥੋਂ ਇਹਨਾਂ ਨੂੰ ਕੱਢ ਦਿਓ, ਇੱਥੋਂ ਇਹ ਕਰ ਦਿਓ, ਹਰੇਕ ਵਾਰੀ ਇੱਕ ਕਿਸੇ ਭਾਈਚਾਰੇ ਨੂੰ ਟਾਰਗੇਟ ਕਰਨਾ, ਇਹ ਚੀਜ਼ਾਂ ਉਹਨਾਂ ਲੋਕਾਂ ਦੇ ਮੂੰਹੋਂ ਨਹੀਂ ਫੱਬਦੀਆਂ ਜਿਨ੍ਹਾਂ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਭਾਈ ਖਾਲਿਸਤਾਨ ਏਦਾਂ ਦਾ ਹੋਣਾ ਚਾਹੀਦਾ। ਉਹਨਾਂ ਨੂੰ ਵੀ ਚਾਹੀਦਾ ਹੈ ਨਾ ਕਿ ਹੁਣ ਤੁਸੀਂ ਦੇਖ ਲਓ ਪਿਛਲੇ ਕੁਝ ਦਿਨਾਂ ਦੀਆਂ ਸਟੇਟਮੈਂਟਾਂ ਜਾਂ ਕੁਝ ਸੋਸ਼ਲ ਮੀਡੀਆ ਦਾ ਟ੍ਰੈਂਡ,
ਹੁਣ ਤਿਉਹਾਰ ਹੁੰਦਾ ਕਰਵਾ ਚੌਥ, ਦੇਖੋ ਇੱਥੇ ਆਪਣੇ ਬੰਦੇ ਜਿਹੜੇ ਮੱਸਿਆ ਮਨਾਉਂਦੇ ਨੇ, ਮੱਸਿਆ ਨੂੰ ਹਾਲ ਨਹੀਂ ਸੀ ਵਾਹੁੰਦੇ। ਇਹ ਕਿਹੜੇ ਆਪਣੇ ਗੁਰੂ ਸਾਹਿਬ ਨੇ ਦੱਸਿਆ ਸੀਗਾ? ਦਿਨ ਤਿਉਹਾਰ ਤੇ ਹੁੰਦੇ ਇੱਕੋ ਜਿਹੇ ਹੁੰਦੇ। ਇਹ ਅੱਛਾ ਮੱਸਿਆ ਨਹਾਉਣ ਤੁਰ ਪੈਂਦੇ ਆਪਾਂ। ਅੱਛਾ ਜਦੋਂ ਕਰਵਾ ਚੌਥ ਆਉਂਦਾ ਤੇ ਉਦੋਂ ਤੁਸੀਂ ਦੇਖ ਲਓ ਫਿਰ ਉਹ ਜਾਂ ਉਹਨਾਂ ਦਾ ਜਿਹੜਾ ਕੋਈ ਹੋਰ ਤਿਉਹਾਰ ਆਉਂਦਾ ਕਿੱਦਾਂ ਟਾਰਗੇਟ ਕੀਤਾ ਜਾਂਦਾ। ਤੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਮਝਣੀਆਂ ਪੈਣਗੀਆਂ ਕਿ ਸਗੋਂ ਏਦਾਂ ਵੰਡ ਵੱਧ ਕੇ, ਏਦਾਂ ਵੰਡ ਵਧਾ ਕੇ ਉਹ ਫਾਇਦਾ ਕਿਹਦਾ ਹੋ ਰਿਹਾ ਹੈ, ਉਹ ਕਿਸ ਦਾ ਹੋ ਰਿਹਾ ਹੈ? ਉਹ ਸਗੋਂ ਖੱਪਾ ਜ਼ਿਆਦਾ ਪੈ ਰਿਹਾ ਵਾ। ਇਹਨਾਂ ਚੀਜ਼ਾਂ ਦਾ ਤੇ ਤਾਂ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਸਹਿਮਤੀ ਨਾਲ ਕੋਈ ਇੱਕ ਪਾਸਾ ਹੋ ਸਕਦਾ ਹੈ ਜਾਂ ਸਾਰਥਕ ਬਹਿਸ ਮੁਬਾਹਿਸਾ ਹੋ ਸਕਦਾ ਹੈ ਜਦੋਂ ਇਹ ਪਾਟਕ ਕੱਟਣਗੇ। ਹਾਲ ਦੀ ਘੜੀ ਤੋਂ ਪਾਟਕ ਪੈ ਰਹੇ ਨੇ ਜੀ। ਕੁਝ ਕੁ ਹੋਰ ਕਾਲਰ ਤੇ ਫਿਰ ਆਪਣੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਜਿਹੜੇ ਹੋਲਡ ਤੇ ਆ, ਤੇ ਸੰਧਾ ਵਾਲੀਆ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮਿੰਟੂ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ। ਮੈਂ ਦੋ ਕੁਐਸਚਨ ਹੈ ਜੀ ਮੇਰੇ, ਕੁਐਸਚਨ ਵੀ ਹੈ ਤੇ ਇਨਫੋਰਮੇਸ਼ਨ ਵੀ ਹੈ ਕਿ ਇੱਕ ਤੇ ਜਿਹੜਾ ਵੀ ਦੇਖੋ ਜਨਤਾ ਨੇ ਚੁਣਿਆ ਹੋਇਆ ਮੈਂਡੇਟ ਦੇ ਥਰੂ ਗਵਰਨਮੈਂਟ ਆਈ ਹੈ, ਇੰਨੀ ਸਟਰੋਂਗ ਗਵਰਨਮੈਂਟ ਆਈ ਹੈ ਵੀ ਇਹ ਜਿਹੜਾ ਵੀ ਪ੍ਰਪੋਜ਼ਲ ਲਿਖ ਕੇ ਜਾਂਦੇ ਆ ਗਵਰਨਰ ਕੋ, ਗਵਰਨਰ ਉਹਨੂੰ ਮਤਲਬ ਕਿ ਏਦਾਂ ਕਰ ਦਿੰਦਾ ਇੱਕ ਪਾਸੇ ਵੀ ਜਿੱਦਾਂ ਇਹ ਪਤਾ ਨਹੀਂ ਰੋਡ ਸਾਈਡ ਬੰਦੇ ਹੈਗੇ। ਇਹ ਬਹੁਤ ਹੀ ਅਨਕਨਸਟੀਟਿਊਸ਼ਨਲ ਗੱਲ ਜੀ ਹੈਗੀ ਆ। ਭਾਵੇਂ ਉਹਦੇ ਚ ਲਾ ਪੁਆਇੰਟ ਹੈਗਾ ਹੈ ਵੀ 3 ਬੰਦਿਆਂ ਦੀ ਆਉਣੀ ਚਾਹੀਦੀ ਸੀ ਪ੍ਰਪੋਜ਼ਲ ਇਹ ਉਹ ਵਗੈਰਾ, ਪਰ ਇਹ ਚੀਜ਼ਾਂ ਇਹ ਸਟੇਟ ਵਾਸਤੇ ਕੋਈ ਹੈਲਥੀ ਇਸ਼ੂ ਨਹੀਂ ਹੈ। ਮੈਂ OBC ਦੇ ਟੌਪਿਕ ਤੇ ਗੱਲ ਕਰ ਰਿਹਾ। ਹਾਂਜੀ ਜੀ। ਤੇ ਦੂਸਰਾ ਵੀਰ ਜੀ ਮੇਰੀ ਇਹ ਮਿੰਟੂ ਜੀ ਨੇ ਇੱਕ ਇਨਫੋਰਮੇਸ਼ਨ ਮੈਂ ਸ਼ੇਅਰ ਕਰਨੀ ਵੀ ਜਿਸ ਤਰ੍ਹਾਂ SGPC ਦੇ ਆਪਣੇ ਪ੍ਰਧਾਨ ਜੀ ਸਟੇਟਮੈਂਟ ਕਦੀ ਇੱਧਰੋਂ ਦੇ ਦਿੰਦੇ ਕਦੀ ਇਹ ਦੇ ਦਿੰਦੇ ਆ ਵੀ ਜਿਹੜੀਆਂ ਵੀ ਵੱਡੀਆਂ ਸੰਸਥਾ ਵਾ, ਧਾਰਮਿਕ ਸੰਸਥਾ, ਉਹ ਐਨੀਆਂ ਸਟਰੋਂਗ, ਆਪਣੀ ਵੀ ਬਹੁਤ ਸਟਰੋਂਗ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਸ਼ੁਰੂ ਇੱਥੋਂ ਕਰਦਾ ਹਾਂ ਕਿ ਧਾਰਮਿਕ ਸਥਾਨਾਂ ਜਿੱਦਾਂ ਸਾਊਦੀ ਅਰੇਬੀਆ ਹੈ ਜਾਂ ਦੁਬਈ ਵਾਲੇ, ਉਹ ਬਹੁਤ ਵੱਡੀਆਂ ਧਾਰਮਿਕ ਸੰਸਥਾ ਵੀ ਆ ਤੇ ਗੌਰਮੈਂਟਸ ਵੀ ਹੈਗੀਆਂ ਇਟਸੈਲਫ, ਕਿਉਂਕਿ ਉਹ ਰੂਲਰ ਹੈਗੇ ਆ, ਉਹ ਇੱਕ ਰਾਜੇ ਜਿਸ ਤਰ੍ਹਾਂ ਮਹਾਰਾਜੇ ਦਾ, ਪਰ ਉਹਨਾਂ ਨੇ ਆਪਣੇ ਧਾਰਮਿਕ ਸੰਸਥਾ ਦੇ ਪੈਸੇ ਹੀ ਯੂਜ਼ ਕਰਕੇ ਖੁਸ਼ਹਾਲੀ ਵੱਲ ਲਾਤੇ ਸਾਰੇ ਪੈਸੇ। ਉਹ ਟੂਰਿਜ਼ਮ ਬਣ ਗਿਆ, ਉਹ ਹੈਲਥ ਦਾ ਇਸ਼ੂ 'ਚ ਪੈਸਾ ਲੱਗ ਗਿਆ, ਐਜੂਕੇਸ਼ਨ 'ਚ ਲੱਗ ਗਿਆ, ਉਹ ਦੁਨੀਆ 'ਚ ਇੱਕ ਏਦਾਂ ਉਭਰਦੀਆਂ ਇਕੋਨਮੀਆਂ ਹੋ ਗਈਆਂ। ਆਪਣੀ SGPC ਨੇ ਕੋਈ ਵੀ ਇੱਕ ਐਫਰਟ ਨਹੀਂ ਕੀਤਾ ਕਿ ਜਿਹੜਾ SGPC ਕੋਲ ਇੰਨਾ ਮਾਸ ਵੈਲਥ ਹੈ ਵੀ ਉਹ ਪੰਜਾਬ ਦੇ ਵਿੱਚ ਕਿਤੇ ਲਾ ਦਈਏ, ਪਾਣੀ ਤੇ ਲਾ ਦਈਏ, ਕਿਤੇ ਸੋਕੇ ਤੇ ਲਾ ਦਈਏ, ਕਿਤੇ ਕੈਂਸਰ ਵਾਸਤੇ ਲਾ ਦਈਏ, ਹੈਲਥ ਵਾਸਤੇ ਬੱਚੇ ਵੀ। ਮੈਂ ਇਹ ਭਾਜੀ ਨਾਲ ਗੱਲ ਕਰਨੀ ਸੀ ਵੀ ਇਹੋ ਜਿਹੇ ਮੁੱਦੇ ਤੇ ਗੱਲ ਕਰਿਆ ਕਰੀਏ ਲੰਬੀ, ਤੇ ਉਹਨਾਂ ਨੂੰ ਚਿੱਠੀਆਂ ਲਿਖਣੀਆਂ, ਇੱਥੋਂ ਅਸੀਂ ਚਿੱਠੀਆਂ ਲਿਖਣੀਆਂ, ਤੁਹਾਡੀ ਜਿਹੜੀ ਮੈਂ ਪ੍ਰੈਸ ਰਿਪੋਰਟ ਵੀ ਇੱਥੇ ਇਹਦੇ ਤੇ ਮੈਂ ਕਾਨਫਰੰਸ ਵੀ ਕਰ ਸਕਦਾ, ਮੈਂ ਹੁਣ ਜਾਣਾ ਚੰਡੀਗੜ੍ਹ, ਆਈ ਵਿਲ ਬੀ ਦੇਅਰ। ਤੋ ਇਹਨਾਂ ਤੇ ਸਾਡੀ ਸਪੋਰਟ ਕਰੋ, ਤੇ ਤੁਸੀਂ ਵੀ ਰੇਡੀਓ ਵਾਲਿਆਂ ਨੂੰ ਵੀ ਬੇਨਤੀ ਹੈ ਵੀਰ ਜੀ ਕਿ ਇਸ ਚੀਜ਼ ਤੇ ਉਹਨਾਂ ਨੂੰ SGPC ਨੂੰ ਚਿੱਠੀਆਂ ਲਿਖੀਆਂ ਜਾਣ ਵੀ ਜਿਹੜਾ ਪੈਸਾ ਹੈ ਇਹ ਪਾਸੇ ਲੱਗਣਾ ਚਾਹੀਦਾ ਵੀਰ ਜੀ। ਦੇਖੋ SGPC ਸਰ ਕੁਝ ਵਿਦਿਅਕ ਸੰਸਥਾਨ ਵੀ ਚਲਾ ਰਹੀ ਹੈ, ਕੁਝ ਹਸਪਤਾਲ ਵੀ ਚਲਾ ਰਹੀ ਹੈ, ਗੁਰੂ ਘਰਾਂ ਦਾ ਸਾਂਭ ਸੰਭਾਲ ਦਾ ਵੀ ਉਹਨਾਂ ਦਾ ਬਹੁਤ ਖਰਚਾ, ਮੁਲਾਜ਼ਮਤ ਜਿਹੜੀ ਹੈ ਮੁਲਾਜ਼ਮਾਂ ਦੀ ਉਹ ਵੀ ਬਹੁਤ ਜ਼ਿਆਦਾ ਬਣ ਜਾਂਦੀ ਹੈ। ਨਿਰਾਪੁਰਾ ਇਹ ਨਹੀਂ ਹੈ ਕਿ ਉਹ ਪੈਸਾ ਜਿਹੜਾ ਬਜਟ ਹੈ ਉਹ ਸਾਰਾ ਉਦਾਂ ਹੀ ਉਹ ਪੇਟੀ 'ਚ ਬੰਦ ਕਰਕੇ ਰੱਖਦੇ ਆ। ਦੇਖੋ ਇਹ ਸਾਨੂੰ ਵੇਖਣਾ ਪਵੇਗਾ। ਹਾਂ, ਉਹ ਐਕਸਟਰਾ ਕੀ ਕਰ ਸਕਦੇ ਆ, ਐਕਸਟਰਾ ਕੀ ਕਰ ਸਕਦੇ ਪੰਜਾਬ ਵਾਸਤੇ, ਬਿਲਕੁਲ ਉਹਦੇ ਵਾਸਤੇ ਰੋਡ ਮੈਪ ਉਹਨਾਂ ਨੂੰ ਬਣਾਉਣਾ ਚਾਹੀਦਾ। ਪਰ ਉਹਦੇ 'ਚ ਕੀ ਹੈ ਕਿ ਤੁਹਾਨੂੰ ਪਤਾ ਇੱਥੇ ਮਸਲਾ ਆ ਜਾਂਦਾ SGPC ਅੱਗੇ ਮੋਹਰੇ ਸਰਕਾਰ ਕਿਸੇ ਹੋਰ ਦੀ ਹੈ ਜਾਂ ਸਰਕਾਰ ਕਾਲੀਆਂ ਦੀ, ਉਹ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਿਆਸਤ ਦੀ ਭੇਂਟ ਚੜ ਜਾਂਦੀਆਂ ਨੇ। ਜੀ ਜੀ। ਲਾਸਟ ਕਾਲਰ ਲੈਣੇ ਆ ਜਸਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ ਜਿਹੜਾ ਲੱਖੇ ਸਹਾਣੇ ਦੇ ਪਰਚਾ ਦਿੱਤਾ ਸੀ ਉਹਦੀ ਇੱਕ ਵਾਰੀ ਆਪਣਾ ਕਲੈਰੀਫਾਈ ਕੀਤਾ ਵੀ ਗੌਰਮੈਂਟ ਨੇ ਪਹਿਲੋਂ ਕੀਤਾ ਕਿਉਂ ਤੇ ਪ੍ਰੈਸ਼ਰ ਅੰਡਰ ਆ ਕੇ ਉਹਨੂੰ ਮਾਫ ਕਰਤਾ, ਤੇ ਜਾਂ ਉਹ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਆਪਣੇ ਪੰਜਾਬ ਗੌਰਮੈਂਟ ਦੀ ਗਲਤੀ ਆ, ਕਿਹਦੀ ਗਲਤੀ ਆ, ਕਿਹੜਾ ਗੱਲ ਕੀਤਾ? ਨਹੀਂ ਦੇਖੋ FIR ਪੁਲਿਸ FIR ਕਰਨ ਦੀ ਪੁਲਿਸ ਦੇ ਕੋਲ ਪਾਵਰ ਹੁੰਦੀ ਹੈ। FIR ਉਹ ਮਤਲਬ ਕਿ ਕਿਸੇ ਤੇ ਕਰ ਵੀ ਸਕਦੀ ਹੈ, ਕਿਸੇ ਨੂੰ ਕੱਢ ਵੀ ਸਕਦੀ ਹੈ, ਉਹ ਉਹਨਾਂ ਦਾ ਅਧਿਕਾਰ ਖੇਤਰ ਹੈ। ਪਰੰਤੂ ਏਦਾਂ ਪੁਲਿਸ ਕਰਦੀ ਨਹੀਂ ਹੁੰਦੀ ਜਿੰਨਾ ਕੋ ਪੁਲਿਸ ਨੂੰ ਮੈਂ ਸਮਝਦਾ ਵਾ ਕਿ ਪੁਲਿਸ ਆਪਣੇ ਪੱਧਰ ਤੇ ਕੋਈ ਐਡਾ ਵੱਡਾ ਚਿਹਰਾ ਜਿਹੜਾ ਉਹਨੂੰ ਨਾਮਜ਼ਦ ਕਰ ਲਏਗੀ ਬਿਨਾਂ ਕਿਸੇ ਸਬੂਤ ਤੋਂ, ਤੇ ਫਿਰ ਬਿਨਾਂ ਕਿਸੇ ਤੋਂ ਪੁੱਛੇ ਐਸੇ ਸਿਸਟਮ ਦੇ ਵਿੱਚ ਕਹੇਗੀ ਕਿ ਜਾ ਕਰਕੇ ਕੋਈ ਗੱਲ ਨਹੀਂ ਹੈ। ਏਦਾਂ ਨਹੀਂ ਹੁੰਦਾ। ਹੇਠਾਂ ਤਾਂ ਵਾਪਰ ਸਕਦਾ ਹੈ,
ਕਿ ਕਿਤੇ ਇਨਕੁਆਰੀ ਨਿਕਲਦੀ ਹੈ। ਵੈਸੇ ਵੀ ਜੇ 2 ਨੰਬਰ ਖਾਨਾ ਚ ਵੀ ਕੱਢਣਾ ਹੋਵੇ ਇਹਨਾਂ ਨੇ ਇਨਕੁਆਰੀ ਲੱਗਦੀ ਹੈ, ਬਕਾਇਦਾ ਕਈ ਮਹੀਨਿਆਂ ਦਾ ਪ੍ਰੋਸੀਜਰ ਹੁੰਦਾ ਹੈ। ਤਾਂ ਇਦਾਂ ਹੀ ਲੱਗਦਾ ਕਿ ਲੱਖੇ ਸਿਧਾਣੇ ਤੇ ਪਰਚਾ ਪੁਲਿਸ ਨੂੰ ਦੇਣਾ ਪਿਆ। ਹੁਣ ਕਰਵਾਉਣ ਵਾਲਾ ਕੌਣ ਆ, ਦਿੱਲੀ ਬੈਠਾ, ਪੰਜਾਬ ਬੈਠਾ, ਉਹ ਇੱਕ ਬਹਿਸ ਦਾ ਵਿਸ਼ਾ ਹੈ। ਜਦੋਂ ਵੇਖਿਆ ਕਿ ਹੁਣ ਸਿਆਸੀ ਨੁਕਸਾਨ ਨਾ ਹੋ ਜਾਏ ਤਾਂ ਫਿਰ ਉਹਨਾਂ ਲੋਕਾਂ ਨੇ ਕਿਹਾ ਇਹਦੇ ਚ ਪੁਲਿਸ ਬੁਰੀ ਬਣ ਜਾਂਦੀ ਹੈ। ਪਰ ਪੁਲਿਸ ਨੂੰ ਕਰਵਾਉਣ, ਮੈਂ ਹਮੇਸ਼ਾ ਤਾਂ ਹੀ ਕਹਿੰਦਾ, ਮੈਂ ਪਹਿਲਾ ਬੰਦਾ ਸੀ ਪੱਤਰਕਾਰਾਂ ਚ ਜਿਹਨੇ ਪੁਲਿਸ ਰਿਫਾਰਮ ਸ਼ਬਦ ਤੇ ਵਰਤਣਾ ਸ਼ੁਰੂ ਕੀਤਾ ਕਿ ਜਦ ਤੱਕ ਇਹ ਰਿਫਾਰਮਸ ਨਹੀਂ ਹੋਣਗੇ ਤੁਸੀਂ ਪੁਲਿਸ ਨੂੰ ਗਾਲਾਂ ਕੱਢੀ ਜਾਓਗੇ, ਪਰ ਪੁਲਿਸ ਨੂੰ ਬਦਕਾਰ ਬਣਾਉਣ ਵਾਲੇ ਬਿਲਕੁਲ ਬਰੀ ਹੋ ਜਾਣ। ਤਾਂ ਜ਼ਰੂਰਤ ਇਹ ਹੈ ਕਿ ਉਹਨਾਂ ਨੂੰ ਰਾਜਸੀ ਦਬਾਅ ਤੋਂ ਮੁਕਤ ਕਰਕੇ ਜਿਵੇਂ ਇੱਧਰ ਪੁਲਿਸ ਕੰਮ ਕਰਦੀ ਹੈ ਉਵੇਂ ਦਾ ਉਹਨਾਂ ਨੂੰ ਕਹੋ ਕਿ ਭਾਈ ਸਾਨੂੰ ਕੋਈ ਇਹ ਨਹੀਂ ਹੈਗਾ ਠੇਕਾ ਕਿ ਤੁਸੀਂ ਮਤਲਬ ਕਿ ਇਦਾਂ ਕਰੋਗੇ ਜਾਂ ਉਦਾਂ ਕਰੋਗੇ। ਆ ਤੁਹਾਡੇ ਲਈ ਆਜ਼ਾਦੀ ਆ, ਆ ਤੁਹਾਡਾ ਕਾਨੂੰਨੀ ਦਾਇਰਾ ਆ ਤੁਹਾਡੇ ਡਿਊਟੀ ਦੇ ਘੰਟੇ ਆ ਤੁਹਾਡੀਆਂ ਪਾਵਰਾਂ ਨੇ, ਆ ਤੁਹਾਡੇ ਇਨਵੈਸਟੀਗੇਸ਼ਨ ਦਾ ਅੱਡ ਅਸੀਂ ਕਰ ਦਿੱਤਾ ਮਾਮਲਾ, ਆ ਜਿਨ੍ਹਾਂ ਨੇ ਲਾਅ ਐਂਡ ਆਰਡਰ ਦੇਖਣਾ ਉਹ ਅੱਡ ਕਰ ਦਿੱਤਾ, ਜਿਨ੍ਹਾਂ ਨੇ ਕਾਨੂੰਨੀ ਮਸਲੇ ਹੋਰ ਵਿਚਾਰਨੇ ਨੇ ਉਹ ਅੱਡ ਕਰ ਦਿੱਤੇ ਆ। ਇਹ ਰਿਫਾਰਮਸ ਇੱਕ ਬਹੁਤ ਵੱਡਾ ਵਿਸ਼ਾ ਹੈ। ਇਹ ਪੋਲੀਟੀਕਲ ਜਦੋਂ ਤੱਕ ਜੂਲਾ ਇਹਨਾਂ ਦੀਆਂ ਧੌਣਾ ਤੇ ਹੈ, ਗਿੱਚੀਆਂ ਤੇ ਹੈ, ਇਹ ਇਦਾਂ ਹੀ ਕਰਨਗੇ। ਇਹ ਜਦੋਂ ਉਹ ਕਹਿਣਗੇ ਕਿਸੇ ਨੂੰ ਨਾਮਜ਼ਦ ਕਰ ਲਿਆ, ਕਿਉਂਕਿ ਇਹਨਾਂ ਵਾਸਤੇ ਪੁਲਿਸ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਦੀ ਤਨਖਾਹ ਤੇ ਕੰਮ ਕਰਦਾ ਗੁੰਡਾ ਦਾ ਲਿਆ ਲੀਡਰਾਂ ਵਾਸਤੇ। ਮਾਫ ਕਰਨਾ, ਪੁਲਿਸ ਵਾਲਿਆਂ ਲਈ ਨਹੀਂ ਸ਼ਬਦ ਮੈਂ ਕਹਿ ਰਿਹਾ, ਮੈਂ ਇਹਨਾਂ ਦੇ ਕੰਟੈਕਸਟ ਵਿੱਚ ਕਹਿ ਰਿਹਾ ਹਾਂ। ਜੀ ਕਿੱਦਾਂ ਸਮਝਦੇ ਨੇ ਉਹਨਾਂ ਨੂੰ। ਜੀ ਮਿੰਟੂ ਜੀ ਸ਼ੁਕਰੀਆ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਧੰਨਵਾਦ ਜੀ। ਤੇ ਸਰੋਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਇਸ ਤੋਂ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਅਪਡੇਟ ਅਮਰੀਕਾ। ਮੇਰੇ ਨਾਲ ਜੁੜਨਗੇ ਹਰਜੋਤ ਸਿੰਘ ਖਾਲਸਾ ਜੀ। ਸੋ ਇਦਾਂ ਹੀ ਜੁੜੇ ਰਹੋ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।